ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਵੱਖ-ਵੱਖ ਖਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਉੱਤੇ ਚਰਚਾ ਕਰਦਾ ਸਾਡਾ ਪ੍ਰੋਗਰਾਮ ਖਬਰ ਜੰਕਸ਼ਨ ਲੈ ਕੇ ਮੈਂ ਹਾਜ਼ਰ ਹਾਂ ਤੇ ਮੇਰੇ ਨਾਲ ਅੱਜ ਇਸ ਸਟੂਡੀਓ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਐਕਸਪਰਟ ਨੇ ਸੀਨੀਅਰ ਜਰਨਲਿਸਟ ਨਰਿੰਦਰ ਸੱਤੀ ਜੀ। ਤੁਹਾਡਾ ਸਵਾਗਤ ਹੈ ਜੀ। ਅੱਛਾ, ਜਦੋਂ ਵੀ ਕੋਈ ਗੱਲ ਹੋ ਰਹੀ ਹੈ ਹੁਣ ਪਿਛਲੇ ਕੁਝ ਦਿਨਾਂ ਤੋਂ ਗੱਲ ਜਿਹੜੀ ਹੈ ਉੱਥੋਂ ਹੀ ਸ਼ੁਰੂ ਹੁੰਦੀ ਹੈ, ਜਾਂ ਮੈਂ ਕਹਿ ਲਾਂ ਕਿ ਗੱਲ ਹੁਣ ਦਿੱਲੀ ਤੋਂ ਸ਼ੁਰੂ ਹੁੰਦੀ ਹੈ। ਕਿਸਾਨ ਅੰਦੋਲਨ ਜਿਹੜਾ ਹੈ ਲਗਾਤਾਰ ਭਖ ਰਿਹਾ ਹੈ, ਮੀਟਿੰਗਾਂ ਹੋ ਰਹੀਆਂ ਨੇ ਪਰ ਮੀਟਿੰਗਾਂ ਦੇ ਵਿੱਚ ਕੋਈ ਸਵਾਦ ਨਹੀਂ ਆ ਰਿਹਾ। ਲਗਾਤਾਰ ਉਹੀ ਜਿਹੜੀਆਂ ਨੇ ਗੱਲਾਂ ਰਿਪੀਟ ਹੋ ਰਹੀਆਂ ਨੇ। ਜੇ ਉਸ ਦਿਨ ਆਪਾਂ ਕਹਿ ਲਈਏ ਕਿ ਇੰਡੀਅਨ ਜਿਹੜਾ ਹੈ ਕਾਊਂਸਲ ਆਫ ਰਿਸਰਚ ਦੇ ਉੱਤੇ ਜਿਹੜੀ ਅਮਿਤ ਸ਼ਾਹ ਨੇ ਮੀਟਿੰਗ ਕੀਤੀ ਹੈ, ਉਸ ਤੋਂ ਬਾਅਦ ਜਿਹੜੀ ਹੈ ਫਿਰ ਮੀਟਿੰਗ ਦੂਸਰੇ ਦਿਨ ਵਾਲੀ ਟਾਲੀ ਗਈ। ਪਰ ਅਜੇ ਤੱਕ ਜਿਹੜਾ ਹੈ ਕੋਈ ਇੱਕ ਠੋਸ ਜਿਹੜਾ ਕਹਿ ਲਈਏ ਕੰਕਰੀਟ ਪ੍ਰਪੋਜ਼ਲ ਜਿਹੜਾ ਹੈ ਉਹ ਸਾਹਮਣੇ ਨਹੀਂ ਆ ਰਿਹਾ। ਕਿੱਦਾਂ ਦੇਖਦੇ ਹੋ ਇਸ ਪੂਰੇ ਸੰਘਰਸ਼ ਨੂੰ ਤੇ ਹੁਣ ਕੀ ਉੱਥੇ ਹਾਲਾਤ ਨੇ? ਖਹਿਰਾ ਸਾਹਿਬ, ਗੱਲ ਇਹ ਆ ਵੀ ਕਿਸਾਨਾਂ ਦੀ ਇੱਕੋ ਹੀ ਮੰਗ ਹੈ ਜੀ, ਪੂਰੇ ਦੇਸ਼ ਦਿਆਂ ਦੀ, ਚਾਹੇ ਉਹ ਪੰਜਾਬ ਦੇ ਆ, ਹਰਿਆਣੇ ਦੇ ਆ, ਰਾਜਸਥਾਨ, ਯੂਪੀ, ਉੱਤਰਾਖੰਡ ਦੇ ਨੇ, ਹਿਮਾਚਲ ਦੇ ਹੋਣ ਜਾਂ ਹੋਰ ਸੂਬਿਆਂ ਦੇ। ਹੁਣ ਤਾਂ ਪੂਰਾ ਮੁਲਕ ਹੀ ਉੱਠ ਕੇ ਖੜਾ ਹੋ ਗਿਆ ਲੱਗਦਾ ਕੇਂਦਰੀ ਹਕੂਮਤ ਦੇ ਖਿਲਾਫ, ਅਤੇ ਉਹ ਇੱਕੋ ਮੰਗ 'ਤੇ ਅੜੇ ਹੋਏ ਹੈ ਵੀ ਉਹ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ। ਔਰ ਉਹ ਕੀ ਆ? ਖੇਤੀ ਬਿੱਲ ਜਿਹੜੇ ਖੇਤੀ ਕਾਨੂੰਨ ਨੇ ਉਹ ਵਾਪਸ ਲੈ ਜਾਣ। ਜਿਹੜੀ ਸਰਕਾਰ ਆ ਉਹ ਟਾਲ ਮਟੋਲ ਦੀ ਨੀਤੀ 'ਤੇ ਚੱਲ ਰਹੀ ਹੈ। ਕੁਝ ਨਹੀਂ ਹੁਣ ਤੱਕ ਦੀਆਂ ਮੀਟਿੰਗਾਂ 'ਚੋਂ ਸਿੱਟਾ ਨਿਕਲਿਆ। ਉਹ ਕਿਸਾਨਾਂ ਨੂੰ ਸਮਝਾਉਣ ਦਾ ਹੀ ਯਤਨ ਹੁਣ ਤੱਕ ਕਰ ਰਹੀ ਆ। ਇਹ ਕੁਝ ਹੀ ਅਮਿਤ ਸ਼ਾਹ ਹੋਰੀ ਕੀਤਾ ਜੀ ਭਈ ਸੋਧਾਂ ਹੋ ਸਕਦੀਆਂ। ਉਹ ਰਿਪੀਲਿੰਗ ਜਿਹੜੀ ਆ, ਭਾਵ ਉਹਨਾਂ ਨੂੰ ਰੱਦ ਕਰਨਾ ਨਹੀਂ ਕਹਿੰਦੇ ਮਨਜ਼ੂਰ, ਭਈ ਕਾਨੂੰਨ ਦੀਆਂ ਮੱਦਾਂ 'ਚ ਸੋਧਾਂ ਹੋ ਸਕਦੀਆਂ, ਕੁਝ ਹੇਰ ਫੇਰ ਹੋ ਸਕਦਾ, ਐਡੀਸ਼ਨ ਡਿਲੀਸ਼ਨ ਹੋ ਸਕਦੀ ਆ। ਕਿਸਾਨ ਕਹਿੰਦੇ ਨੇ ਸਾਨੂੰ ਸੋਧਾਂ ਮਨਜ਼ੂਰ ਨਹੀਂ ਗੀਆਂ, ਸਾਨੂੰ ਮੁੱਢੋਂ ਛੱਡੋਂ ਇਹਨਾਂ ਨੂੰ ਰੱਦ ਕਰਨਾ ਜਿਹੜਾ ਆ ਉਹੀ ਸਾਡੀ ਇੱਕੋ ਇੱਕ ਮੰਗ ਹੈਗੀ ਆ। ਸੱਤੀ ਸਾਹਿਬ, ਮੈਂ ਵੈਸੇ ਅੱਜ ਕੱਲ੍ਹ ਸਾਰਿਆਂ ਨੂੰ ਸਵਾਲ ਪੁੱਛਦਾ, ਤੁਹਾਨੂੰ ਵੀ ਪੁੱਛ ਰਿਹਾ ਕਿ ਜਦੋਂ ਅੰਦੋਲਨ ਚੱਲਿਆ ਸੀਗਾ ਤੇ ਉਦੋਂ ਅਸੀਂ MSP ਨੂੰ ਲੈ ਕੇ ਬੜੇ ਚਿੰਤਤ ਸੀਗੇ। ਹੁਣ ਕਿਤੇ ਨਾ ਕਿਤੇ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ MSP ਜਿਹੜਾ ਹੈ ਤੁਹਾਨੂੰ ਲਿਖਤੀ ਅਸ਼ੋਰੈਂਸ ਦੇ ਦਾਂਗੇ। ਤਦ ਵੀ ਹੁਣ ਜਿਹੜਾ ਸੰਘਰਸ਼ ਹੈ ਅਸੀਂ ਕਹਿੰਦੇ ਹਾਂ ਕਿ ਅਸੀਂ ਉਹਨੂੰ ਖਾਰਜ ਕਰਾਏ ਤੋਂ ਬਿਨਾਂ ਜਿਹੜਾ ਹੈ ਨਹੀਂ ਮੁੜਦੇ। ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਇਹ ਤਾਂ ਰੈਪੀਟੀਸ਼ਨ ਆ ਪਿਛਲੀਆਂ ਗੱਲਾਂ ਦੀ। MSP ਦਾ ਤਾਂ ਪਹਿਲਾਂ ਤੋਂ ਹੀ ਇਹ ਕਹਿੰਦੇ ਆ ਕੇਂਦਰ ਸਰਕਾਰ ਵੀ ਜੀ ਅਸੀਂ ਉਹਦਾ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ, ਉਹ ਬੰਦ ਨਹੀਂ ਹੋਏਗੀ, ਚੱਲਦੀ ਰਹੇਗੀ, ਠੀਕ ਹੈ। ਫਿਰ ਉਹ ਕੁਝ ਫਸਲਾਂ 'ਤੇ ਕਣਕ, ਝੋਨੇ 'ਤੇ, ਕਪਾਹ 'ਤੇ ਦੇ ਰਹੇ ਆ। ਇਹ ਕਹਿੰਦੇ ਨੇ ਜਿਹੜੀਆਂ 18, 19, 20, 21 ਜਿਣਸਾਂ ਨੇ, ਜਿਹੜੀ ਸਾਡੀ ਪੈਦਾਵਾਰ ਆ, ਹੋਰ ਚੀਜ਼ਾਂ, ਵੀ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ MSP ਮਿਲੇ। ਅਗਲੀ ਗੱਲ ਉਹ ਕਹਿੰਦੇ ਵੀ ਜੇ ਤੁਸੀਂ ਲਿਖਤ ਭਰੋਸਾ ਦਿੰਦੇ ਹੋ ਤਾਂ ਉਹਦੇ ਲਈ ਕਾਨੂੰਨ ਬਣਾਉਣ 'ਚ ਤੁਹਾਨੂੰ ਕੀ ਹਰਜ ਆ? ਇਹਨੂੰ ਕਾਨੂੰਨ ਦੇ ਤੌਰ 'ਤੇ ਕਿਉਂ ਨਹੀਂ ਲਾਗੂ ਕੀਤਾ ਜਾਂਦਾ? ਕਾਨੂੰਨ ਕਿਉਂ ਨਹੀਂ ਬਣਾਇਆ ਜਾਂਦਾ ਵੀ MSP ਹਰ ਹਾਲਤ ਵਿੱਚ ਲਾਗੂ ਰਹੇਗਾ? ਖੈਰ, ਉਹ ਇੱਕ ਵੱਖਰੀ ਗੱਲ ਆ। ਹੁਣ ਜਿਹੜਾ ਆ ਮੁੱਖ ਮੁੱਦਾ ਇਹ ਆ ਵੀ ਇਹ ਕਾਨੂੰਨ ਸਮੇਤ MSP ਦੇ ਬਿਜਲੀ ਸੰਬੰਧੀ ਕਾਨੂੰਨ, ਵਾਤਾਵਰਨ ਸੰਬੰਧੀ ਕਾਨੂੰਨ, ਇਹ ਸਾਰੇ ਜਿਹੜੇ ਆ ਉਹ ਰੱਦ ਹੋਣ, ਠੀਕ ਹੈ। ਫਿਰ ਨਾਲ ਦੀ ਨਾਲ ਜਿਨ੍ਹਾਂ ਦਾ ਜ਼ਿਕਰ ਘੱਟ ਹੋ ਰਿਹਾ ਪਈ, ਜਿਹੜੇ ਬੁੱਧੀਜੀਵੀ ਵਰਗ ਆ, ਜਿਹੜੇ ਜਰਨਲਿਸਟ ਆ ਜਿਨ੍ਹਾਂ ਦੇ ਖਿਲਾਫ ਕੇਸ ਦਰਜ ਹੋਏ ਆ, ਜਿਹੜੇ ਰੌਸ਼ਨ ਦਿਮਾਗ ਲੋਕ ਆ ਜਿਹੜੇ ਗੱਲ ਕਰਦੇ ਆ ਇਸ ਸੰਘਰਸ਼ ਦੀ ਜਾਂ ਹਕੂਮਤ ਨੂੰ ਵੰਗਾਰਦੇ ਆ ਵਿਚਾਰਧਾਰਕ ਤੌਰ 'ਤੇ, ਵੀ ਉਹਨਾਂ ਦੇ ਖਿਲਾਫ ਰੱਦ ਜਿਹੜੇ ਕੇਸ ਨੇ ਸਾਰੇ ਵਾਪਸ ਲੈ ਜਾਣ। ਸੱਤੀ ਸਾਹਿਬ, ਦੱਸ ਸਕਦੇ ਹੋ ਕਿਹਨਾਂ ਦੇ ਉੱਤੇ, ਮਤਲਬ ਜੇ ਗਿਣੇ ਚੁਣੇ ਨਾਮ ਹੋਣ ਤਾਂ 2-4? ਇਹ ਤਾਂ ਬਰਬਰਾ ਰਾਓ ਵਰਗੇ ਹੈਗੇ ਆ ਜੀ, ਤਾਂ ਹੋਰ ਬਹੁਤ ਸਾਰੇ ਲੋਕ ਆ। ਬਰਬਰਾ ਰਾਓ ਉਹਨਾਂ 'ਚ ਇੱਕ ਉਦਾਹਰਣ ਆ, ਜਿਹੜੇ 80 ਤੋਂ 90 ਸਾਲ ਦੇ ਦਰਮਿਆਨ ਉਹਨਾਂ ਦੀ ਉਮਰ ਆ, ਔਰ ਉਹਨਾਂ ਨੂੰ ਬਿਮਾਰੀ ਦੀ ਹਾਲਤ ਵਿੱਚ ਵੀ ਜਿਹੜੀ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਸੀ। ਬੰਬੇ ਹਾਈ ਕੋਰਟ ਨੂੰ ਸੁਪਰੀਮ ਕੋਰਟ ਜਿਹੜੀ ਆ ਉਹਦੀ ਹਦਾਇਤ ਦੇ ਉੱਤੇ ਉਹਨਾਂ ਨੂੰ ਇਲਾਜ ਲਈ ਬਾਹਰ ਭੇਜਿਆ ਗਿਆ। ਖੈਰ, ਉਸ ਪਿੱਛੋਂ ਹੁਣ ਜਿਹੜਾ ਅੰਦੋਲਨ ਹੈ ਜਿੱਥੇ ਖੜਾ ਆ ਉੱਥੋਂ ਕੋਈ ਰਿਟਰਨ ਪੁਆਇੰਟ ਕੋਈ ਨਹੀਂ ਜੀ, ਠੀਕ ਹੈ। ਕਿਉਂਕਿ ਲੋਕ ਜਿਹੜੇ ਆ ਇਹਨਾਂ ਆਗੂਆਂ ਦੇ ਮਗਰ ਨੇ, ਦੇਸ਼ ਭਰ ਦੇ ਕਿਸਾਨ ਜਿਹੜੇ ਆ ਉਹ ਮਗਰ ਆ। ਮੀਟਿੰਗਾਂ 'ਚੋਂ ਕੋਈ ਸਿੱਟਾ ਨਹੀਂ ਨਿਕਲਿਆ। ਇਸੇ ਤਰ੍ਹਾਂ ਜਿਹੜੀ ਆਖਰੀ ਮੀਟਿੰਗ ਸੀਗੀ ਜਿਹੜੀ ਅਮਿਤ ਸ਼ਾਹ ਹੋਰਾਂ ਦੇ ਘਰ ਸੀ ਪ੍ਰਸਤਾਵ ਸੰਬੰਧੀ, ਉਹ ਪ੍ਰਸਤਾਵ ਵੀ ਇਹਨਾਂ ਨੇ ਰੱਦ ਕਰ ਦਿੱਤਾ ਹੈਗਾ। ਅਗਲੀ ਗੱਲ ਇਹ ਆ ਵੀ ਹੁਣ ਵਿਰੋਧੀ ਧਿਰ ਜਿਹੜੀ ਆ, ਜਿਸ 'ਚ ਜਿਹੜੇ ਸੀਤਾਰਾਮ ਯੈਚੁਰੀ ਨੇ, ਐਲਾਨ ਗੋਬਨ ਹੋਰੀ ਆ, ਡੀ ਰਾਜਾ ਹੋਣੀ ਆ, ਰਾਹੁਲ ਗਾਂਧੀ ਜਿਹੜੇ ਆ ਕਾਂਗਰਸ ਦੇ ਜਿਹੜੇ ਓਪੋਜੀਸ਼ਨ ਲੀਡਰ ਜਿਹੜੇ ਨੇ, ਇਹ ਸਾਰੇ 4-5 ਆਗੂ ਜਿਹੜੇ ਆ ਇਹਨਾਂ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਹੈਗਾ। ਨਾਲ ਇਹ ਵੀ ਕਿਹਾ ਵੀ ਜਦੋਂ ਇਹ ਬਿੱਲ ਪਾਸ ਕੀਤੇ ਗਏ ਆ, ਆਰਡੀਨੈਂਸ ਤੋਂ ਬਿੱਲ ਬਣਦੇ ਆ, ਬਿੱਲ ਦੋਵਾਂ ਸਦਨਾਂ 'ਚ ਪਾਸ ਹੁੰਦੇ ਨੇ, ਰਾਜ ਸਭਾ ਲੋਕ ਸਭਾ ਦੇ ਵਿੱਚ, ਤੇ ਇਹਨਾਂ 'ਤੇ ਕੋਈ ਬਹਿਸ ਨਹੀਂ ਹੋਈ, ਕੋਈ ਵੋਟਿੰਗ ਨਹੀਂ ਹੋਈ,
ਔਰ ਇਹ ਗੈਰ ਜਮਹੂਰੀ ਢੰਗ ਦੇ ਨਾਲ ਜੀ ਜਿਹੜਾ ਪਾਸ ਕੀਤੇ ਗਏ। ਦੂਸਰਾ ਇਹ ਆ ਵੀ ਉਹਨਾਂ ਨੇ ਕਿਹਾ ਵੀ ਕੇਂਦਰ ਸਰਕਾਰ ਤੇ ਤੁਸੀਂ ਦਬਾਅ ਬਣਾਓ, ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਰਾਂ ਨੂੰ ਕਿਹਾ ਵੀ ਤਾਂ ਕਿ ਉਹ ਇਹ ਜਿਹੜੇ ਕਾਨੂੰਨ ਨੇ ਜਿਨ੍ਹਾਂ ਨੂੰ ਖੇਤੀ ਸੰਬੰਧੀ ਕਾਲੇ ਕਾਨੂੰਨ ਜ਼ਿਆਦਾ ਕਿਹਾ ਜਾ ਰਿਹਾ ਵੀ ਇਹ ਰੱਦ ਕੀਤੇ ਜਾਣ। ਇਸੇ ਤਰ੍ਹਾਂ ਹੋਰ ਬਹੁਤ ਸਰਗਰਮੀਆਂ ਨੇ। ਜਥੇਦਾਰ ਹਰਪ੍ਰੀਤ ਸਿੰਘ ਹੋਰੀ ਅਕਾਲ ਤਖਤ ਦੇ, ਉਹ ਵੀ ਕਹਿੰਦੇ ਆ ਵੀ ਟਾਲ ਮਟੋਲ ਦੀ ਜਿਹੜੀ ਨੀਤੀ ਆ ਉਹ ਬੰਦ ਕਰੇ ਸਰਕਾਰ, ਠੀਕ ਹੈ, ਵੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਮੰਗੇ, ਮਤਲਬ ਪੂਰੀ ਤਰ੍ਹਾਂ ਜਿਹੜਾ ਉਹ ਮੰਨਿਆ ਜਾਵੇ। ਔਰ ਇਹ ਵੀ ਕਿਹਾ ਵੀ ਜੇ ਲੋੜ ਪਈ ਤਾਂ ਉਹਨਾਂ ਨੇ ਕੱਲ੍ਹ ਪਰਸੋਂ ਵੀ ਬਿਆਨ ਦਿੱਤਾ ਸੀ ਵੀ ਅਸੀਂ ਸੰਘਰਸ਼ ਵਿੱਚ ਵੀ ਜਾ ਕੇ ਸ਼ਾਮਲ ਹੋਣ ਨੂੰ ਤਿਆਰ ਆ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਥਾਵਾਂ ਦੇ ਕਿਸਾਨ, ਉਹ ਮਹਾਰਾਸ਼ਟਰ ਦੇ ਜਿਹੜੇ ਕਿਸਾਨ ਆ ਉਹ ਸੰਘਰਸ਼ ਵਿੱਚ ਸ਼ਾਮਲ ਹੋ ਰਹੇ ਆ। ਗੁਜਰਾਤ ਤੋਂ ਪਿੱਛੇ ਆਏ ਨੇ, ਕੇਰਲਾ, ਤਾਮਿਲਨਾਡੂ ਤੱਕ ਦੇ, ਆਂਧਰਾ ਪ੍ਰਦੇਸ਼ ਦੇ ਕਿਸਾਨ ਜਿਹੜੇ ਸ਼ਾਮਲ ਨੇ ਇਸ ਸੰਘਰਸ਼ ਵਿੱਚ। ਤਾਂ ਇਸ ਕਰਕੇ ਇਸ ਵੇਲੇ ਜਿਹੜਾ ਪਿੜ ਉਹ ਭਖਿਆ ਹੋਇਆ, ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਦਿੱਲੀ ਦੀ ਜੂਹ ਦੇ ਵਿੱਚ ਕਿਸਾਨ ਡਟੇ ਹੋਏ ਨੇ। ਔਰ ਜਿਵੇਂ ਕਹਿੰਦੇ ਸੀਗੇ ਪਹਿਲਾਂ ਇਹਨਾਂ ਨੇ ਸੁਝਾਅ ਦਿੱਤਾ ਸੀਗਾ ਨਰਿੰਦਰ ਤੋਮਰ ਹੋਰੀ ਭਈ ਭਾਈ ਜਿਹੜੇ ਤੁਸੀਂ ਅੰਦੋਲਨ ਜੇ ਮੁਲਤਵੀ ਨਹੀਂ ਕਰਨਾ ਤੇ ਘੱਟੋ ਘੱਟ ਜਿਹੜੇ ਬੱਚੇ ਆ ਤੇ ਔਰਤਾਂ ਜਿਹੜੀਆਂ ਉਹ ਵਾਪਸ ਚਲੀਆਂ ਜਾਣ। ਤਾਂ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਗਿੱਝੇ ਹੋਏ ਆ, ਸਾਨੂੰ ਤਾਂ ਇਹ ਆਦਤ ਆ ਵੀ ਜਿਹੜੇ ਲੋਕ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ, ਠੰਡੀਆਂ ਰਾਤਾਂ 'ਚ ਪਾਣੀ ਲਾਉਣਾ ਜਾਣਦੇ ਆ, ਖੇਤਾਂ ਨੂੰ ਸਿੰਜਣਾ ਜਾਣਦੇ ਆ, ਉਹਨਾਂ ਨੂੰ ਇਹ ਠੰਡ ਕੁਛ ਨਹੀਂ ਜੀ। ਸੋ ਕਿਤੇ ਨਾ ਕਿਤੇ ਉਹੀ ਗੱਲ ਆ ਨਾ ਕਿ ਅਸੀਂ ਚਲੋ ਅੰਦੋਲਨ ਨੂੰ ਤਾਂ ਜਿਹੜਾ ਹੈ ਉਹ ਤਾਂ ਭਖਿਆ ਹੋਇਆ ਜਾਂ ਤੇਜ਼ ਵੀ ਹੋ ਰਿਹਾ ਲਗਾਤਾਰ। 12 ਨੂੰ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਦੁਬਾਰਾ ਤੋਂ ਜਿਹੜਾ ਹੈ ਇੱਕ ਵਧੀਆ ਤੇਜ਼ ਤਰੀਕੇ ਨਾਲ ਬੰਦ ਕਰਾਂਗੇ। 12 ਨੂੰ ਦਿੱਲੀ ਜੈਪੁਰ ਹਾਈਵੇ ਜਿਹੜਾ ਆ ਔਰ ਦਿੱਲੀ ਆਗਰਾ ਐਕਸਪ੍ਰੈਸ ਹਾਈਵੇ ਜਿਹੜਾ ਆ ਉਹ ਜਾਮ ਕੀਤਾ ਜਾਊਗਾ। ਉਹਦੇ ਟੋਲ ਵੀ ਜਾਮ ਕੀਤੇ ਜਾਣਗੇ ਤੇ ਉੱਥੋਂ ਦੀ ਆਵਾਜਾਈ ਮੁਕੰਮਲ ਤੌਰ ਤੇ ਬੰਦ ਰੱਖੀ ਜਾਊਗੀ। ਜਿਹੜੇ ਕਿਸਾਨ ਆ ਉਹਨਾਂ ਦੋਹਾਂ ਹਾਈਵੇਜ਼ ਨੂੰ ਰੋਕ ਰਹੇ ਆ। ਅੱਛਾ ਜੀ, ਸਰਕਾਰ ਦੀ ਨੀਅਤ ਜਿਹੜੀ ਆ ਉਹ ਲਗਾਤਾਰ ਸਾਫ਼ ਹੋ ਰਹੀ ਹੈ। ਪਤਾ ਲੱਗ ਰਿਹਾ ਕਿ ਉਹ ਨਹੀਂ ਜਿਹੜਾ ਹੈ ਇਸ ਨੂੰ ਰੱਦ ਕਰਨ ਦੇ ਵਿੱਚ ਹੱਕ ਦੇ ਵਿੱਚ ਨਹੀਂ ਹੈਗੇ। ਪਰ ਕਿਤੇ ਨਾ ਕਿਤੇ ਦੇਖੋ, ਆਪਾਂ ਜੇ ਬਾਰ-ਬਾਰ ਕਹੀਏ ਕਿ ਬਹੁਤ ਸਾਰੇ ਲੋਕਾਂ ਦੀ ਚੁੱਪੀ ਜਿਹੜੀ ਹੈ ਉਹ ਅਜੇ ਵੀ ਸਾਨੂੰ ਕਿਤੇ ਨਾ ਕਿਤੇ ਉਹ ਅੰਦਰੋਂ ਅੰਦਰ ਹੀ ਖਾ ਰਹੀ ਹੈ। ਜੇ ਆਪਾਂ ਕਹਿ ਲਈਏ ਕਿ ਨਰਿੰਦਰ ਮੋਦੀ ਹੋਣੀ ਉਵੇਂ ਤਾਂ ਬਹੁਤ ਜ਼ਿਆਦਾ ਐਕਟਿਵ ਨੇ, ਟਵੀਟ ਕਰਦੇ ਰਹਿੰਦੇ ਨੇ ਲਗਾਤਾਰ, ਪਰ ਇਸ ਮਾਮਲੇ ਦੇ ਵਿੱਚ ਉਹ ਲਗਾਤਾਰ ਸਿੱਧੇ ਤੌਰ ਤੇ ਸਾਹਮਣੇ ਨਹੀਂ ਆਏ। ਨਾ ਹੀ ਉਹਨਾਂ ਦੇ ਜਿਹੜੇ ਮੰਤਰੀ ਨੇ ਉਹ ਕਿਤੇ ਗੱਲ ਨਿਬੇੜਨ ਦੇ ਹੱਕ 'ਚ ਨੇ। ਮੰਤਰੀ ਤਾਂ ਪ੍ਰਧਾਨ ਮੰਤਰੀ ਦੇ ਇਸ਼ਾਰੇ ਤੇ ਜੋ ਬੋਲ ਰਹੇ ਆ ਤੇ ਉਹਨਾਂ ਕਹਿੰਦੇ ਹੁੰਦੇ ਆ ਵੀ ਠੱਗਾਂ ਦੀ ਟੋਲੀ ਇੱਕੋ ਹੀ ਬੋਲੀ। ਉਹ ਚਾਹੇ ਨਰਿੰਦਰ ਤੋਮਰ ਹੋਰੀ ਹੋਣ, ਚਾਹੇ ਸੋਮ ਪ੍ਰਕਾਸ਼, ਚਾਹੇ ਉਹ ਪੀਯੂਸ਼ ਗੋਇਲ ਹੋਣ, ਜਿਨ੍ਹਾਂ ਦਾ ਕੰਮ ਕੋਈ ਨਹੀਂ, ਰੇਲਵੇ ਮੰਤਰਾਲਾ ਉਹਨਾਂ ਦਾ, ਠੀਕ ਹੈ, ਨਰਿੰਦਰ ਤੋਮਰ ਹੋਣ, ਅਮਿਤ ਸ਼ਾਹ ਜੀ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ, ਉਹ ਸਾਰੇ ਇੱਕੋ ਹੀ ਬੋਲੀ ਬੋਲਦੇ ਆ, ਦੂਸਰੀ ਕੋਈ ਗੱਲੇ ਹੀ ਨਹੀਂ ਕਰਦੇ। ਵੀ ਕਿਸਾਨਾਂ ਨੂੰ ਇੱਕੋ ਹੀ ਰੱਟ ਲਾਈ ਹੋਈ ਆ ਵੀ ਭਾਈ ਇਹ ਤੁਹਾਡੇ ਫਾਇਦੇ ਦੇ ਆ। ਮੈਂ ਖਹਿਰਾ ਸਾਹਿਬ ਕਹਿੰਦਾ ਵੀ ਇੰਨਾ ਵੀ ਕੀ ਫਾਇਦਾ ਕਰਨਾ ਹੋਇਆ, ਜਿਹੜਾ ਫਾਇਦਾ ਲੈਣ ਵਾਲੇ ਲੋਕ ਆ ਉਹ ਚਾਹੁੰਦੇ ਹੀ ਨਹੀਂ ਆਪਣਾ ਫਾਇਦਾ। ਸਰਕਾਰ ਧੱਕੇ ਨਾਲ ਉਹਨਾਂ ਦਾ ਫਾਇਦਾ ਕਰ ਰਹੀ ਆ। ਸੋ ਦੇਖੋ, ਪਿੱਛੇ ਯੂਨਾਈਟਿਡ ਨੇਸ਼ਨਸ ਨੇ ਵੀ ਕਿਹਾ ਵੀ 2018 ਦੇ ਮਤੇ ਅਨੁਸਾਰ ਕਿਸੇ ਵੀ ਦੇਸ਼ ਵਿੱਚ ਜਿਹੜਾ ਕੋਈ ਕਾਨੂੰਨ ਬਣਦਾ, ਜਿਨ੍ਹਾਂ ਸੰਬੰਧੀ ਉਹ ਕਾਨੂੰਨ ਬਣਦਾ, ਉਹ ਧਿਰਾਂ ਸ਼ਾਮਲ ਕੀਤੀਆਂ ਜਾਣ। ਸੋ ਇੱਦਾਂ ਦਾ ਤਾਂ ਕੁਛ ਹੋਇਆ ਨਹੀਂ। ਤਾਂ ਇਹਨਾਂ ਨੇ ਕੋਵਿਡ ਕਾਲ ਦੇ ਦੌਰਾਨ ਉਹ ਝੱਬਦੇ ਹੀ ਬਿਨਾਂ ਕਿਸੇ ਬਹਿਸ ਤੋਂ, ਬਿਨਾਂ ਵੋਟਿੰਗ ਤੋਂ, ਜਿਵੇਂ ਧਰਨੇ ਜਾ ਕੇ ਕਿਹਾ, ਉਹ ਪਾਸ ਕਰਕੇ ਹੁਣ ਲਾਗੂ ਕਰਨ ਤੇ ਵੀ ਆ ਗਏ। ਮੈਨੂੰ ਇਹ ਨਹੀਂ ਸਮਝ ਆਉਂਦੀ, ਚਲੋ ਇੰਨੀ ਵਾਹਉਦਾਈ ਲੱਗੀ ਕੀ ਸੀਗੀ? ਦੇਖੋ, ਜੂਨ ਦੇ ਮਹੀਨੇ ਅਸੀਂ ਤਾਂ ਕਰੋਨਾ ਤੋਂ ਨਾਲ ਮਸਾਂ ਜੀਂਦ ਰਹੇ ਸੀਗੇ। ਉਹ ਕਰੋਨਾ ਜਿਹੜਾ ਚੀਨ ਤੋਂ ਤੁਰ ਕੇ ਫਿਰ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਇੱਕ ਕਹਿ ਲਓ ਮਹਾਕਾਲ ਛਾਪ ਗਿਆ। ਤੇ ਇੰਨੀ ਵਾਹਉਦਾਈ ਲੱਗੀ ਕੀ ਤੁਹਾਨੂੰ ਲੱਗਦਾ ਕਿ ਇਹ ਕਾਰਪੋਰੇਟ ਨੇ ਬਣਾ ਕੇ ਦਿੱਤੇ ਸੀ, ਏਜੰਟ ਦੇ ਇੰਜ ਹੀ ਲਾ ਦਿੱਤੇ ਇਹਨਾਂ ਨੇ? ਦੇਖੋ, ਇਹ ਤਾਂ ਕਾਰਪੋਰੇਟ ਸੈਕਟਰ ਦੇ ਇਸ਼ਾਰੇ 'ਤੇ ਸਾਰਾ ਕੁਝ ਹੋ ਰਿਹਾ ਇੱਕ ਤਰ੍ਹਾਂ ਨਾਲ। ਸਾਡੀਆਂ ਜ਼ਮੀਨਾਂ ਤੇ ਸਾਡਾ ਜਿਹੜਾ ਮੰਡੀਕਰਨ ਦਾ ਸਿਸਟਮ ਆ ਉਹ ਉਹਨਾਂ ਦੇ ਹੱਥਾਂ 'ਚ ਗਹਿਣੇ ਧਰਨ ਵਾਲੀ ਗੱਲ ਹੈਗੀ ਆ। ਸੋ ਉਹਨਾਂ ਦੇ ਦਬਾਅ ਹੇਠ ਹੀ ਮੌਜੂਦਾ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਹੈ। ਪਰ ਇਹ ਕਿੰਨਾ ਕੁ ਚਿਰ ਚੱਲੇਗਾ? ਤੁਸੀਂ ਦੇਖੋ ਕਿੰਨੇ ਲੋਕ ਜੁੜ ਰਹੇ ਆ ਉਸ ਅੰਦੋਲਨ ਦੇ ਨਾਲ। ਪੰਜਾਬ ਤੋਂ ਹੀ ਲੈ ਲਓ ਵੀ ਜੇ 5 ਆਉਂਦੇ ਆ, 50 ਜਣੇ ਹੋਰ ਚਲੇ ਜਾਂਦੇ ਆ, ਠੀਕ ਹੈ। ਫਿਰ ਬਹੁਤ ਚੰਗੀਆਂ ਗੱਲਾਂ ਹੋ ਰਹੀਆਂ। ਜਿਵੇਂ ਮੈਂ ਪਹਿਲਾਂ ਕਿਹਾ ਸੀ ਪਈ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤਾਂ ਜਿਹੜੀਆਂ ਉਹ ਇੱਕਦਮ ਬੰਦ ਹੋ ਗਈਆਂ। ਇਹਨੇ ਸਾਡੀ ਨੌਜਵਾਨੀ ਨੂੰ ਇੱਕ ਨਵਾਂ ਰਾਹ ਜਿਹੜਾ ਆ ਉਹ ਦਿਖਾਇਆ ਹੈਗਾ, ਲਾਮਬੰਦੀ ਹੋਈ ਹੈ, ਠੀਕ ਹੈ। ਪੰਜਾਬ 'ਚ ਇੱਕ ਤਰ੍ਹਾਂ ਦਾ ਆਪਾਂ ਕਹਿ ਲਓ ਵੀ ਜਿਵੇਂ ਨਵਾਂ ਜਾਗ ਲਾਤਾ ਹੈਗਾ ਜਵਾਨੀ ਨੂੰ ਵੀ ਤੇ ਦੂਸਰੇ ਲੋਕਾਂ ਨੂੰ ਵੀ। ਨਾਇਕ ਵਜੋਂ ਆਪਾਂ ਉੱਭਰੇ ਹੈਗੇ ਆ।
ਫਿਰ ਚੰਗੀਆਂ ਚੰਗੀਆਂ ਗੱਲਾਂ ਸੁਣਨ ਨੂੰ ਆਉਂਦੀਆਂ ਹੈਗੀਆਂ। ਬਠਿੰਡਾ ਦਾ ਇੱਕ ਪਿੰਡ ਆ ਮੰਡੀ ਕਲਾਂ, ਉੱਥੋਂ ਦਾ ਨੌਜਵਾਨ ਹਰਜਸ ਸਿੰਘ ਹੈਗਾ ਜੀ, ਉਹ ਕਹਿੰਦੇ ਵੀ ਜਿਹੜਾ ਜਗਜੀਤ ਸਿੰਘ ਡੱਲੇਵਾਲ ਆ ਪਈ ਜਿਹੜੀ BKU ਸਿੱਧੂਪੁਰ ਹੈਗੀ ਆ ਨਾ ਜੀ, ਉਹਦੇ ਉਹ ਸੂਬਾਈ ਪ੍ਰਧਾਨ ਹੈਗੇ ਆ ਜਿਹੜੇ ਜਗਜੀਤ ਸਿੰਘ ਡੱਲੇਵਾਲ ਉਹ ਕਹਿੰਦੇ ਬੱਸ 'ਚ ਸਫ਼ਰ ਕਰਦੇ ਆ। ਇਸੇ ਤਰ੍ਹਾਂ ਉਹਦਾ ਇੱਕ ਜ਼ਿਲ੍ਹੇ ਦਾ ਪ੍ਰਧਾਨ, ਬਠਿੰਡਾ ਜ਼ਿਲ੍ਹੇ ਦਾ ਪ੍ਰਧਾਨ ਜਿਹੜਾ ਆ ਉਹ ਬੰਦਾ ਆਪਣੇ ਮੋਟਰਸਾਈਕਲ ਤੇ ਉੱਥੇ ਪਹੁੰਚਦਾ ਹੈਗਾ ਦਿੱਲੀ। ਹਾਂ, ਤੇ ਉਹ ਇੰਨਾ ਪ੍ਰਭਾਵਿਤ ਹੋਇਆ ਪਈ ਉਹ ਕਹਿੰਦਾ ਮੇਰਾ ਮਨ ਝੰਜੋੜਿਆ ਗਿਆ, ਹਰਜਸ ਸਿੰਘ ਕਹਿੰਦਾ ਹੈਗਾ ਜੀ, ਤੇ ਕਹਿੰਦੇ ਮੈਂ ਆਪਣੀ ਜਿਹੜੀ ਬਲੈਰੋ ਗੱਡੀ ਆ ਉਹ ਯੂਨੀਅਨ ਨੂੰ ਦਾਨ ਕਰ ਦਿੱਤੀ ਆ ਜੀ, ਵੀ ਘੱਟੋ ਘੱਟ ਸਾਡੇ ਲਈ ਲੜਨ ਮਰਨ ਵਾਲੇ, ਸਾਡੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਲਈ ਇੰਨਾ ਕੁ ਜਿਹੜੀ ਪੇਸ਼ਕਸ਼ ਆ ਉਹ ਬੜੀ ਛੋਟੀ ਜੀ ਤੁੱਛ ਜਿਹੀ ਪੇਸ਼ਕਸ਼ ਆ। ਕਹਿੰਦਾ ਮੇਰੀ ਤੇ ਆਪਣੀ ਨਵੀਂ ਬਲੇਰੋ ਉਹਨਾਂ ਨੇ ਯੂਨੀਅਨ ਨੂੰ ਭੇਟ ਕਰ ਦਿੱਤੀ। ਚਲੋ ਇਹ ਗੱਲ ਤੇ ਬਹੁਤ ਸੋਹਣੀ ਆ। ਤੁਹਾਨੂੰ ਲੱਗਦਾ ਕਿ VVIP ਕਲਚਰ ਜਿਹੜਾ ਹੈ ਉਹਨੇ ਸਾਨੂੰ ਇੱਥੇ ਤੱਕ ਪਹੁੰਚਾਇਆ? ਕਿਉਂਕਿ ਦੇਖੋ ਇੱਕ ਮੰਤਰੀ ਜਿਹੜਾ ਹੈ, ਅਸੀਂ ਕਹਿੰਦੇ ਕਰੋਨਾ ਦਾ ਕਰਕੇ ਤੁਸੀਂ ਸੋਸ਼ਲ ਡਿਸਟੈਂਸ ਰੱਖੋ। ਮੈਂ ਬਹੁਤ ਵਾਰੀ ਕਰੋਨਾ ਕਾਲ ਦੇ ਵਿੱਚ ਵੀ ਦੇਖਿਆ, ਜਦੋਂ ਭਾਰ ਕਰੋਨਾ ਸੀਗਾ, ਇੱਕ ਦੇ ਨਾਲ 10-10 ਗੱਡੀਆਂ, ਔਰ 10 ਗੱਡੀਆਂ ਦੇ ਵਿੱਚ ਆਪਾਂ 2-2 ਵੀ ਲਾ ਲਈਏ ਤਾਂ 20 ਲੋਕ ਤਾਂ ਐਵੇਂ ਹੀ ਲੈ ਕੇ ਤੁਰੇ ਫਿਰਦੇ ਰਹਿੰਦੇ ਲਾਮ ਲਸ਼ਕਰ। ਕੰਮ ਇਹ ਧੇਲੀ ਦਾ ਨਹੀਂ ਕਰਦੇ ਤੇ ਖਰਚਾ ਇਹ ਦੁੱਗਣਾ ਤਿੱਗਣਾ ਆ। ਤੁਹਾਨੂੰ ਲੱਗਦਾ ਕਿ VVIP ਕਲਚਰ ਜਿਹੜਾ ਹੈ ਉਹਨੇ ਸਾਨੂੰ ਬਹੁਤ ਮਾਰ ਕੇ ਰੱਖ ਦਿੱਤਾ? ਦੇਖੋ VVI ਕਲਚਰ ਜਿਹੜਾ VVIP ਕਲਚਰ ਆ, ਪਹਿਲੀ ਗੱਲ ਤਾਂ ਗੱਡੀਆਂ 'ਚ ਤੇਲ ਫੂਕਦੇ ਆ ਬਹੁਤ ਬੇਲੋੜਾ, ਨਿੱਜੀ ਕੰਮਾਂ ਲਈ ਗੱਡੀਆਂ ਇਹਨਾਂ ਦੀਆਂ ਘੁੰਮਦੀਆਂ ਜੀ, ਕਿਤੇ ਇਹਨਾਂ ਦੇ ਪੁੱਤਾਂ ਪੋਤਰਿਆਂ ਨੂੰ ਸਕੂਲੇ ਛੱਡਣ ਜਾ ਰਹੀਆਂ ਗੱਡੀਆਂ, ਕਿਤੇ ਇਹਨਾਂ ਦੇ ਜਿਹੜੀਆਂ ਬੈਟਰ ਹਾਫਸ ਨੇ ਧਰਮ ਪਤਨੀਆਂ ਉਹਨਾਂ ਨੂੰ ਸ਼ਾਪਿੰਗ ਕਰਵਾ ਰਹੀਆਂ ਸਰਕਾਰੀ ਗੱਡੀਆਂ। ਸੋ ਮੈਂ ਇਹੋ ਜਿਹੇ ਅਫਸਰ ਵੀ ਬਹੁਤ ਸਾਰੇ ਜਾਣਦਾ ਵੀ ਜਿਹੜੇ ਚਾਹ ਦਾ ਕੱਪ ਵੀ ਦਫ਼ਤਰ ਦਾ ਨਹੀਂ ਪੀਂਦੇ ਤਾਂ ਆਪਣਾ ਟਿਫਨ ਵੀ ਘਰੋਂ ਪੈਕ ਕਰਕੇ ਲੰਚ ਬਾਕਸ ਲਿਆਉਂਦੇ ਨੇ ਜੀ। ਤਾਂ ਇਹ ਸਾਰਾ ਜਿਹੜਾ ਵਰਤਾਰਾ ਆ, ਇਹ ਜਿਹੜਾ VVIP ਕਲਚਰ ਆ, ਇਹਨੇ ਦੇਸ਼ ਦਾ ਬੇੜਾ ਗਰਕ ਕੀਤਾ ਹੋਇਆ। ਗਨਮੈਨ ਲੈ ਕੇ ਫਿਰਦੇ ਆ, ਰੋਜ਼ ਲੁੱਟਾਂ ਖੋਹਾਂ ਹੋ ਰਹੀਆਂ, ਕਿਤੇ ASI ਤੇ ਹਮਲਾ ਹੋ ਰਿਹਾ, STF ਦੇ DSP ਦੀ ਕਾਰ ਖੋਹ ਕੇ ਲੈ ਜਾਂਦੇ ਆ ਜਿਹੜੇ ਗੈਂਗਸਟਰ ਆ। ਤਾਂ ਪੰਜਾਬ ਦੇ ਵਿੱਚ ਤੁਸੀਂ ਦੇਖੋ ਵੀ ਕਿੰਨੇ ਹਮਲੇ ਪੁਲਿਸ ਤੇ ਪਿਛਲੇ ਦਿਨਾਂ ਦੇ ਵਿੱਚ ਹੋਏ ਹੈਗੇ ਆ। ਸੋ ਜਿੰਨੀ ਕੁ ਹੈਗੀ ਆ ਉਹ VVIP ਡਿਊਟੀ ਤੇ ਲੱਗੀ, VVIP ਡਿਊਟੀ ਤੇ ਜਿਨ੍ਹਾਂ ਲੋਕਾਂ ਨੂੰ ਲੋੜ ਆ। ਬਲਵਿੰਦਰ ਸਿੰਘ ਸੰਧੂ ਵਰਗੇ ਕਾਮਰੇਡ ਮਾਰੇ ਜਾਂਦੇ ਆ, ਜਿਹੜਾ ਸਾਰਾ ਟੱਬਰੇ ਹੀ ਸ਼ੌਰਿਆ ਜਿਹੜਾ ਇਨਾਮ ਜੇਤੂ ਹੈਗਾ ਤੇ ਉਹਨੂੰ ਮਾਰ ਕੇ ਮਤਲਬ ਸਵੇਰੇ ਸਵੇਰੇ ਟੁਰ ਜਾਂਦੇ ਆ ਤੇ ਹੁਣ ਜਾ ਕੇ ਉਹ ਕੋਈ ਦਿੱਲੀੋਂ ਫੜਦੇ ਆ, ਕੋਈ ਦੁਬਈ ਤੋਂ ਫੜਦੇ ਆ। ਗੱਲ ਵੀ ਇੱਦਾਂ ਹੋਈ ਕਹਿੰਦੇ ਜੀ ਕਿ ਉਹਨਾਂ ਨੂੰ ਪਹਿਲਾਂ ਸਿਕਿਉਰਿਟੀ ਮਿਲੀ ਹੋਈ ਸੀ, ਫਿਰ ਕਰੋਨਾ ਕਾਲ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਜਦ ਕਿ ਪਤਾ ਸੀਗਾ ਕਿ ਇਹ ਕੁਝ ਹੋ ਸਕਦਾ। ਹਾਂਜੀ, ਔਰ ਉਹ ਇੱਕ ਤੋਂ ਵੱਧ ਵਾਰ ਚਿੱਠੀਆਂ ਲਿਖ ਚੁੱਕੇ ਸੀਗੇ। ਤਾਂ ਜਿਨ੍ਹਾਂ ਲੋਕਾਂ ਨੂੰ ਲੋੜ ਨਹੀਂ ਉਹ ਸਟੇਟਸ ਸਿੰਬਲ ਵਜੋਂ ਜਿਹੜੇ ਗਨਮੈਨ ਲਈ ਫਿਰਦੇ ਆ, ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਸਰਕਾਰ ਦਿੰਦੀ ਨਹੀਂ। ਉਹ ਹੌਲੀ ਹੌਲੀ ਸਥਿਤੀ ਇਹ ਆ ਗਈ ਸੀ ਵੀ ਇੱਕ ਬੰਦਾ ਆਉਂਦਾ ਸੀ, ਉਹ ਵੀ ਥਾਣੇ ਵਾਲੇ ਸੱਦ ਲੈਂਦੇ ਸੀਗੇ ਪਿੰਡ ਵਾਲੇ। ਸੋ ਇਹ ਜਿਹੜਾ ਕਲਚਰ ਆ ਇਹਨੇ ਸਾਡਾ ਬੇੜਾ ਡੋਬਿਆ। ਪਰ ਜਿਹੜੇ ਕਿਸਾਨ ਨੇ, ਕਿਰਤੀ ਆ, ਉਹ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਨੇ। ਤੁਸੀਂ ਫੋਟੋਆਂ ਕਿੰਨੀਆਂ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ, ਪ੍ਰਿੰਟ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਕਿੰਨਾ ਕੁਛ ਆ ਰਿਹਾ ਪਈ। ਕਿਸਾਨ ਰੋਟੀ ਨੂੰ ਵੀ, ਆਪਾਂ ਤਾਂ ਰੋਟੀ ਖਾਣ ਤੋਂ ਪਹਿਲਾਂ, ਪਹਿਲੀ ਬੁਰਕੀ ਤੋੜਨ ਤੋਂ ਪਹਿਲਾਂ ਵੀ ਕੁਦਰਤ ਨੂੰ ਧਿਆਉਂਦੇ ਆ, ਰੱਬ ਨੂੰ ਧਿਆਉਂਦੇ ਆ। ਸੋ ਸ਼ੁਕਰਗੁਜ਼ਾਰੀ ਕਰਦੇ ਆ ਅਕਾਲ ਪੁਰਖ ਦੀ ਭਈ ਭਾਈ ਇਹ ਅੰਨ ਜਿਹੜਾ ਸਾਡੇ ਹੁਣ ਢਿੱਡ 'ਚ ਜਾਣਾ ਹੈਗਾ। ਸੋ ਉਹ ਲੋਕ ਜਿਹੜੇ, ਆਪਾਂ ਤਾਂ ਅੰਨ ਨੂੰ ਪੂਜਣ ਵਾਲੇ ਲੋਕ ਆ, ਭੁੰਜੇ ਬੈਠ ਕੇ ਲੰਗਰ ਛਕਣ ਵਾਲੇ ਲੋਕ ਆ, ਚੌਪੜੀ ਮਾਰ ਕੇ। ਸਾਡੇ 'ਚ ਤਾਂ ਉਹ ਕੁਰਸੀ ਕਲਚਰ ਵੀ ਨਹੀਂ ਆਇਆ। ਸੋ ਉਹਦੀ ਉਦਾਹਰਨ ਵੀ ਆ ਪਈ ਜਿਹੜੇ ਸਾਡੇ ਆਗੂ ਆ, ਉਹਨਾਂ ਨੇ ਜੇ ਮੀਟਿੰਗਾਂ 'ਚ ਵੀ ਗਏ ਆ ਤਾਂ ਕੁਰਸੀਆਂ ਤੇ ਬੈਠ ਕੇ ਲੰਗਰ ਨਹੀਂ ਛਕਿਆ, ਜਿਹੜਾ ਇੱਥੋਂ ਜਾਂਦਾ ਸੀ ਉਹਨੂੰ ਉੱਥੇ ਭੁੰਜੇ ਬੈਠ ਕੇ ਛਕਦੇ ਰਹੇ ਆ। ਸੋ ਇਸ ਕਰਕੇ ਇਹ ਗੱਲਾਂ ਤਾਂ ਵੱਖਰੀਆਂ ਗੱਲਾਂ ਹੋ ਗਈਆਂ। ਜੋ ਕੁਛ ਖਹਿਰਾ ਸਾਹਿਬ ਇਸ ਵੇਲੇ ਉੱਥੇ ਹੋ ਰਿਹਾ, ਉਹਨੇ ਦੇਸ਼ ਨੂੰ ਇੱਕ ਤਰ੍ਹਾਂ ਕਿਰਤੀ ਵਰਗ ਨੂੰ ਲਾਮਬੰਦ ਜ਼ਰੂਰ ਕੀਤਾ ਹੈਗਾ। ਵੈਸੇ ਪੰਜਾਬੀਆਂ ਦੇ ਲਈ ਇੱਕ ਗੱਲ ਜਿਹੜੀ ਹੈ ਬਹੁਤ ਮਸ਼ਹੂਰ ਆ, ਕਹਿੰਦੇ ਜੀ ਦੋ ਪੈਰ ਘੱਟ ਤੁਰਨਾ ਪਰ ਤੁੜੀਏ ਮੜਕ ਦੀ ਚਾਲ। ਕਿਤੇ ਨਾ ਕਿਤੇ ਸਤੀ ਸਾਹਿਬ ਇਹ ਮੰਨਿਆ ਜਾਂਦਾ ਕਿ ਪੰਜਾਬੀ ਜਿਹੜੇ ਨੇ ਉਹ ਆਪਣੀ ਚੀਜ਼ ਦਾ ਦਿਖਾਵਾ ਕਰਨ ਦੇ ਵਿੱਚ ਵੀ ਅੱਗੇ ਨੇ, ਪਰ ਹੁਣ ਦਿਖਾਵਾ ਉਹਨਾਂ ਚੀਜ਼ਾਂ ਦਾ ਹੋਣਾ ਸ਼ੁਰੂ ਹੋ ਗਿਆ ਸੀਗਾ। ਉਹ ਆਪਾਂ ਕਹਿ ਲਈਏ ਕਿ ਇਹ ਜਿਹੜੇ ਮੇਨ ਸਟ੍ਰੀਮ ਰਾਜਨੇਤਾ ਨੇ, ਇਹਨਾਂ ਨੇ ਕਹਿ ਦਿੱਤਾ ਗੱਡੀਆਂ ਵੱਡੀਆਂ ਸੋਹਣੀਆਂ ਗੱਡੀਆਂ ਤੇ ਪਿੱਛੇ 20-20 ਲਸ਼ਕਰ ਲਾਮ ਲੈ ਕੇ ਤੁਰੇ ਫਿਰਨਾ। ਉਹੀ ਗੱਲ ਹੈ ਨਾ ਕਿ ਕੰਮ ਅਸੀਂ ਕਿਸੇ ਚੀਜ਼ ਦਾ ਨਹੀਂ ਕਰਨਾ, ਪਰ ਅਸੀਂ ਇੱਦਾਂ ਦਾ ਬਣਾ ਕੇ ਰੱਖ ਦਿੱਤਾ ਕਿ ਸਾਨੂੰ ਬਹੁਤ ਹੀ ਜ਼ਿਆਦਾ ਲੋੜ ਹੈ। ਸੋ ਕਿਤੇ ਨਾ ਕਿਤੇ ਲੱਗ ਰਿਹਾ ਕਿ ਇਸ ਲੋਕ ਸੰਘਰਸ਼ ਦੇ ਵਿੱਚ ਅਸੀਂ ਇੰਨਾ ਕੁ ਤਾਂ ਜਾਣ ਜਮਾਂਗੇ ਕਿ VVIP ਕਲਚਰ ਜਿਹੜਾ ਹੈ ਉਹਨੇ ਸਾਡਾ ਕੁਛ ਨਹੀਂ ਸਵਾਰਨਾ। ਜੇ ਸਵਾਰਨਾ ਹੈ ਤਾਂ ਕਿਰਤੀ ਲੋਕਾਂ ਨੇ ਸਵਾਰਨਾ ਹੈ। ਉਹ ਨੇਤੇ ਜਿਹੜੇ ਤੁਹਾਡੇ ਨਾਲ ਬੈਠ ਕੇ ਲੰਗਰ ਛਕ ਲੈਣ,
ਆਪਣੀ ਥਾਲੀ ਜਿਹੜੀ ਹੈ ਗੁਰੂ ਘਰ ਦੇ ਵਿੱਚ ਜਾ ਕੇ ਆਪ ਤੋਲਣ, ਨਾ ਕਿ ਆਪਣੇ ਨਾਲ 20-20 40-40 ਬੰਦਿਆਂ ਦਾ ਲਸ਼ਕਰ ਲੈ ਕੇ ਵੀ ਕੁਛ ਨਾ ਸਵਾਰਨ। ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗਾ, ਪਰ ਮਿਲਦਾ ਤੁਹਾਨੂੰ ਇੱਕ ਛੋਟੇ ਜਿਹੇ ਬ੍ਰੇਕ ਦੇ ਬਾਅਦ। ਦੇਖਦੇ ਰਹੋ ਪੰਜਾਬ ਮੇਲ USA TV। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਖਬਰ ਜੰਕਸ਼ਨ, ਔਰ ਵੱਖਰੀਆਂ ਖਬਰਾਂ ਦੇ ਉੱਤੇ ਅਸੀਂ ਚਰਚਾ ਕਰ ਰਹੇ ਹਾਂ। ਮੈਨੂੰ ਲੱਗਦਾ ਕਿ ਇਹ ਗੱਲ ਕਹਿਣੀ ਚੰਗੀ ਨਹੀਂ ਹੈ ਕਿ ਅਸੀਂ ਵੱਖਰੀਆਂ ਖਬਰਾਂ ਤੇ ਚਰਚਾ ਕਰ ਰਹੇ ਹਾਂ। ਖਬਰ ਉਹੀ ਹੈ ਪਰ ਉਹਦੇ ਐਂਗਲ ਵੱਖਰੇ ਨੇ। ਪਰ ਹੁਣ ਦੇਖੀਏ ਉੱਥੇ ਮੁੱਖ ਤੌਰ ਤੇ ਕੀ ਚੱਲ ਰਿਹਾ ਸੱਤੀ ਸਾਹਿਬ ਇਸ ਵੇਲੇ। ਦੇਖੋ, ਜੇ ਆਪਾਂ ਕਹਿੰਦੇ ਨੇ ਵੀ ਇਹੀ ਖਬਰ ਆਪਾਂ ਜਾਂ ਇਹਦੇ ਤੇ ਜ਼ਿਆਦਾ ਗੱਲ ਕਰਦੇ ਹਾਂ, ਤੇ ਇਹਦੇ ਤੋਂ ਵਧੇਰੇ ਜਿਹੜੀ ਆ ਉਹ ਅਹਿਮ ਗੱਲ ਇਸ ਵੇਲੇ ਕੋਈ ਨਹੀਂ ਹੈ। ਇਸ ਵੇਲੇ ਸਾਡੇ ਦੇਸ਼ ਦੇ ਕਿਰਤੀ ਜਿਹੜੇ ਨੇ ਉਹ ਇਤਿਹਾਸ ਲਿਖ ਰਹੇ ਆ। ਬਿਲਕੁਲ। ਤੇ ਇਹ ਰਹਿੰਦੀ ਦੁਨੀਆ ਤੱਕ ਇਤਿਹਾਸ ਰਹਿਣਾ ਵੀ ਇੰਨੇ ਵੱਡੇ ਪੱਧਰ ਤੇ ਲੋਕ ਇਕੱਠੇ ਹੋ ਕੇ ਦਿੱਲੀ ਨੂੰ ਘੇਰਾ ਪਾ ਕੇ ਬੈਠੇ ਸੀ ਜੀ, ਤੇ ਹਾਕਮ ਜਿਹੜੇ ਆ ਉਹ ਹੱਠ ਜਿਹੜਾ ਕਰ ਰਹੇ ਸੀ, ਅੜੀ ਪਗਾ ਰਹੇ ਸੀ ਆਪਣੀ। ਦੇਖੋ, ਇਸ ਵੇਲੇ ਉੱਥੇ ਆ ਵੀ ਇੱਕ ਤਾਂ ਸਾਰੀਆਂ ਜਥੇਬੰਦੀਆਂ ਇਕਜੁੱਟ ਹੈਗੀਆਂ। ਡਾਕਟਰ ਦਰਸ਼ਨਪਾਲ ਹੋਰੀ ਜਿਹੜੇ ਨੇ ਉਹਨਾਂ ਨੇ ਕਿਹਾ ਭਈ BKU ਕ੍ਰਾਂਤੀਕਾਰੀ ਦੇ ਜਿਹੜੇ ਪ੍ਰਧਾਨ ਨੇ ਉਹ ਕਹਿੰਦੇ ਜਿਹੜੀਆਂ ਫੁੱਟ ਨਾਲ ਸੰਬੰਧਿਤ ਮੀਡੀਆ ਖਬਰਾਂ ਆ ਰਹੀਆਂ ਨਾ, ਉਹ ਮਤਲਬ ਮੂਲੋਂ ਹੀ ਗਲਤ ਨੇ। ਉਹ ਸਿਰਫ ਜਿਹੜਾ ਜਿਹਨੂੰ ਗੋਦੀ ਮੀਡੀਆ ਕਹਿੰਦੇ ਨੇ ਰਵੀਸ਼ ਕੁਮਾਰ ਹੋਰੀ, ਉਹ ਗੋਦੀ ਮੀਡੀਆ ਦੀ ਪ੍ਰੋਜੈਕਸ਼ਨ ਸਾਰੀ ਹੈਗੀ ਆ। ਅਸੀਂ ਗੱਲ ਦੇਖ ਰਹੇ ਸੀ ਕਿ ਅਮਿਤ ਸ਼ਾਹ ਦੀ ਮੀਟਿੰਗ ਤੋਂ ਬਾਅਦ ਲਗਾਤਾਰ ਉਹਨਾਂ ਨੇ, ਕਿਉਂਕਿ 13 ਨੋੜਿਆਂ ਨੂੰ ਬੁਲਾਇਆ ਸੀਗਾ, 12-13 ਨੂੰ ਬੁਲਾਇਆ ਸੀਗਾ, ਉਸ ਤੋਂ ਬਾਅਦ ਅਸੀਂ ਲਗਾਤਾਰ ਕਹਿ ਰਹੇ ਸੀ ਕਿ ਇਹ ਜਿਹੜੀਆਂ ਖਬਰਾਂ ਨੇ ਉਹ ਵਿੱਚ ਫੁੱਟਦੀਆਂ ਆ ਰਹੀਆਂ ਨੇ। ਰਕੇਸ਼ ਟਕੈਤ ਉਹਨਾਂ ਨੇ ਕਿਹਾ ਕਿ ਮੈਂ ਲਗਾਤਾਰ ਸਿਰਫ ਰੋਦੂ ਸਿੰਘ ਮਾਨਸਾ ਦੀ ਗੱਲ ਸੀਗੀ, ਉਹ ਸਿਰਫ ਸੱਦੇ ਦਾ ਰੌਲਾ ਸੀਗਾ ਵੀ 12 ਜਾਂ 13 ਨੂੰ ਸੱਦਿਆ। ਜੇ ਉਹਨਾਂ ਨੇ ਬਾਈਕਾਟ ਕੀਤਾ ਸੀ ਮੀਟਿੰਗ ਦਾ ਤਾਂ ਉਹ ਯੂਨੀਅਨਾਂ ਨਾਲ ਕੋਈ ਰੌਲਾ ਨਹੀਂ ਸੀਗਾ ਉਹਨਾਂ ਦਾ, ਠੀਕ ਹੈ। ਔਰ ਇੱਕ ਤਾਂ ਇਹ ਆ ਵੀ ਸਾਰੀਆਂ ਜਿਹੜੀਆਂ ਜਥੇਬੰਦੀਆਂ ਇਕਜੁੱਟ ਆ। ਦੂਸਰਾ, ਸਰਕਾਰ ਦੀਆਂ ਤਜਵੀਜ਼ਾਂ ਰੱਦ ਕੀਤੀਆਂ ਹੈਗੀਆਂ, ਬਲਕਿ ਸਰਕਾਰ ਦੀਆਂ ਤਜਵੀਜ਼ਾਂ ਨੂੰ ਕਿਸਾਨਾਂ ਦਾ ਨਿਰਾਦਰ ਦੱਸਿਆ ਹੈਗਾ। ਦੂਜਾ ਇਹ ਆ ਵੀ 14 ਨੂੰ ਦਿੱਲੀ ਚਲੋ ਦਾ ਮੁੜ ਕੇ ਸੱਦਾ ਦਿੱਤਾ ਹੈਗਾ। ਦੇਸ਼ ਭਰ ਚੋਂ ਫਿਰ ਲੋਕ ਉੱਠ ਕੇ ਦਿੱਲੀ ਨੂੰ ਆਉਣਗੇ। ਜਿਹੜੀ ਕੋਈ ਸਰਕਾਰ ਕੋਈ ਸੱਜਰੀ ਤਜਵੀਜ਼ ਪੇਸ਼ ਕਰੂਗੀ ਉਹਦੇ ਤੇ ਕਿਸਾਨਾਂ ਨੇ ਕਿਹਾ ਵੀ ਅਸੀਂ ਗੌਰ ਕਰਾਂਗੇ, ਉਹਦਾ ਭਰੋਸਾ ਦਿੱਤਾ ਸਰਕਾਰ ਨੂੰ। ਪਰ ਉਹਨਾਂ ਨੇ ਕਿਹਾ ਵੀ ਜੋ ਤਜਵੀਜ਼ਾਂ ਹੁਣ ਤੱਕ ਸਰਕਾਰ ਨੇ ਰੱਖੀਆਂ ਹੈਗੀਆਂ ਉਹ ਸਾਰੀਆਂ ਬਈਆਂ ਹੈਗੀਆਂ, ਕੋਈ ਨਵੀਂ ਗੱਲ ਕਰੇ, ਠੀਕ ਹੈ। ਸੋ ਦੂਸਰੀ ਗੱਲ ਇਹ ਆ ਵੀ ਜਿਹੜਾ MSP ਤੇ ਲਿਖਤੀ ਭਰੋਸਾ ਕਹਿੰਦੇ ਜੀ ਦੇਵਾਂਗੇ, ਉਹ ਕਹਿੰਦੇ MSP ਤੇ ਲਿਖਤੀ ਭਰੋਸਾ ਨਹੀਂ, ਉਹਨੂੰ ਕਾਨੂੰਨ ਬਣਾਇਆ ਜਾਵੇ। ਜਿਹੜੀਆਂ ਹੋਰ ਸੋਧਾਂ ਵਗੈਰਾ ਆ ਉਹ ਗੱਲ ਉਹਨਾਂ ਨੇ ਰੱਦ ਕੀਤੀ ਹੈਗੀ ਆ, ਠੀਕ ਹੈ। ਸੋ 12 ਨੂੰ ਉਹ ਪਰਸੋਂ ਨੂੰ ਜਿਹੜੇ 2 ਹਾਈਵੇ ਜਿਹੜੇ ਆ ਉਹ ਜਾਮ ਕੀਤੇ ਜਾ ਰਹੇ ਆ। ਸੋ ਇਸ ਤਰ੍ਹਾਂ ਨਾਲ ਦੀ ਨਾਲ ਕਹਿੰਦੇ ਆ ਵੀ ਜਿਹੜੀਆਂ ਰਿਲਾਇੰਸ ਤੇ ਜੀਓ ਦੀਆਂ ਸਿੰਮਾਂ ਨੇ, ਰਿਲਾਇੰਸ ਵਾਲਿਆਂ ਦੀਆਂ, ਉਹਨਾਂ ਦੀ ਵਰਤੋਂ ਵੀ ਬੰਦ ਕੀਤੀ ਜਾਵੇ। ਇਸੇ ਤਰ੍ਹਾਂ ਅੰਬਾਨੀਆਂ ਅਡਾਨੀਆਂ ਦੇ ਜਿਹੜੇ ਉਤਪਾਦ ਨੇ ਉਹਨਾਂ ਦਾ ਬਾਈਕਾਟ ਕੀਤਾ ਜਾਵੇ। ਇਹਨਾਂ ਕੰਪਨੀਆਂ ਦੇ ਮਾਲ, ਪੈਟਰੋਲ ਪੰਪ ਜਿਹੜੇ ਆ ਉਹ ਘੇਰੇ ਜਾਣ, ਚੱਲਣ ਨਾ ਦਿੱਤੇ ਜਾਣ। ਸੋ ਭਾਜਪਾ ਆਗੂਆਂ ਦਾ ਬਾਈਕਾਟ ਜਾਰੀ ਰੱਖਿਆ ਜਾਵੇ, ਦਫ਼ਤਰ ਘੇਰਿਆ ਜਾਵੇ। ਤੁਸੀਂ ਦੇਖੋ, ਬੰਗਾਲ ਤੋਂ ਖਬਰ ਆਈ ਆ ਉੱਥੇ 9 ਦਿਨਾਂ ਦੌਰੇ ਤੇ ਨੇ JP ਨੱਡਾ ਸਾਹਿਬ, ਭਾਜਪਾ ਦੇ ਕੌਮੀ ਪ੍ਰਧਾਨ। ਉਹਨਾਂ ਦੀ ਗੱਡੀ ਤੇ ਪੱਥਰਬਾਜ਼ੀ ਹੋਈ ਆ, ਦਫ਼ਤਰ ਘੇਰਿਆ ਭਾਜਪਾ ਦਾ। ਔਰ ਕਿਉਂਕਿ ਆਉਂਦੇ ਸਾਲ ਵਿਧਾਨ ਸਭਾ ਚੋਣਾਂ ਨੇ ਤੇ ਹੁਣ ਉੱਥੋਂ ਦੇ ਜਿਹੜੇ ਆਪਣੇ ਉਹਨਾਂ ਦੇ ਚੀਫ ਨੇ ਉੱਥੇ ਦੇ BJP ਦੇ ਚੀਫ ਨੇ ਦਲੀਪ ਘੋਸ਼ ਹੋਰੀ, ਉਹ ਅਮਿਤ ਸ਼ਾਹ ਨੂੰ ਚਿੱਠੀ ਲਿਖਦੇ ਆ ਵੀ ਭਾਈ ਦੇਖੋ ਇੱਥੇ ਕੀ ਕੁਛ ਹੋ ਰਿਹਾ ਬੰਗਾਲ ਦੇ ਵਿੱਚ, ਠੀਕ ਹੈ। ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਦੇਸ਼ ਵਿੱਚ ਪੈਦਾ ਹੋ ਰਹੇ ਆ। ਕੋਈ ਵੱਡੀ ਗੱਲ ਨਹੀਂ ਵੀ ਕੱਲ੍ਹ ਨੂੰ ਕਿਤੇ, ਚਾਹੇ ਉਹ ਪੰਚਾਇਤੀ ਚੋਣਾਂ ਨੇ, ਚਾਹੇ ਉਹ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਨੇ, ਚਾਹੇ ਉਹ ਵਿਧਾਨ ਸਭਾ ਚੋਣਾਂ ਆ, ਭਈ ਪੂਰੇ ਦੇਸ਼ 'ਚੋਂ ਜਿਹੜੇ ਐਨਲਾਈਟਨਡ ਸੋਲਸ ਨੇ, ਰੋਸ਼ਨ ਦਿਮਾਗ ਲੋਕ ਆ, ਵੀ ਉਹ ਬੁੱਧੀਜੀਵੀ ਵਰਗ, ਚਾਹੇ ਉਹ ਕਿਸਾਨ ਆਗੂ ਹੋਣ, ਜਿਹੜੇ ਇਸ ਮਤਲਬ ਫਾਸ਼ੀਵਾਦ ਦੇ ਖਿਲਾਫ ਆ, ਫਿਰਕਾ ਪ੍ਰਸਤੀ ਦੇ ਖਿਲਾਫ ਆ, ਉਹ ਜਿੱਥੇ ਵੀ ਚੋਣਾਂ ਹੁੰਦੀਆਂ ਨੇ ਭਾਜਪਾ ਦੇ ਖਿਲਾਫ ਦੇਸ਼ ਦੇ ਹਰੇਕ ਜ਼ਿਲ੍ਹੇ 'ਚੋਂ
5-5 7-7 10-10 ਲੋਕ ਜੀ ਉਹਦੇ ਵਿੱਚ ਸ਼ਾਮਲ ਹੋਣ ਤੇ ਉਹਨਾਂ ਦੇ ਖਿਲਾਫ ਉੱਥੇ ਜਾ ਕੇ ਪ੍ਰਚਾਰ ਕਰਨ। ਸੋ ਇਦਾਂ ਦੀ ਸਥਿਤੀ ਵੀ ਕੱਲ ਨੂੰ ਆ ਸਕਦੀ, ਇਦਾਂ ਦੀਆਂ ਕਿਆਸ ਰਾਈਆਂ ਵੀ ਲਾਈਆਂ ਜਾ ਸਕਦੀਆਂ ਵੀ ਭਾਜਪਾ ਦਾ ਵਿਰੋਧ ਜਿੱਥੇ ਕਿਤੇ ਵੀ ਜੋ ਕੁਛ ਕਿਤੇ ਚੋਣ ਹੋ ਰਹੀ ਆ ਉੱਥੇ ਪੂਰੇ ਦੇਸ਼ 'ਚੋਂ ਲੋਕ ਟੁੱਕਣ। ਜੇ 10-10 ਲੋਕ ਵੀ ਇੱਕ ਜ਼ਿਲ੍ਹੇ 'ਚੋਂ 2 ਜਣੇ ਵੀ ਆਉਂਦੇ ਆ ਤੇ ਕਿੱਡਾ ਵੱਡਾ ਸਾਡਾ ਮੁਲਕ ਆ, ਤੇ ਉਹ ਪ੍ਰਚਾਰ ਜਿਹੜਾ ਕਿਹੋ ਜਿਹਾ ਰੰਗ ਲਵੇਗਾ ਭਾਜਪਾ ਦੇ ਖਿਲਾਫ। ਵਾਕਈ ਲੱਗ ਰਿਹਾ ਕਿ ਦੇਖੋ ਕੁਝ ਤੇ ਬਦਲੇਗਾ, ਬਦਲਣਾ ਕਿ ਅਸੀਂ ਛੱਡਾਂਗੇ। ਅੱਛਾ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਦੋਂ ਮੈਂ ਆਉਂਦਾ ਹਾਂ ਦਫ਼ਤਰ ਵੱਲ ਤੇ ਉੱਥੇ ਰਿਲਾਇੰਸ ਦਾ ਇੱਕ ਨਵਾਂ ਸ਼ੋਰੂਮ ਖੁੱਲ ਰਿਹਾ ਤੇ ਕੱਲ ਜਦੋਂ ਮੈਂ ਵਾਪਸ ਜਾ ਰਿਹਾ ਸੀ ਤੇ ਉੱਥੇ ਨੌਜਵਾਨ ਲੱਗ ਰਹੇ ਸੀਗੇ ਤੇ ਨਾਰੇ ਮਾਰ ਰਹੇ ਸੀ, ਕਰ ਲਓ ਤਿਆਰੀਆਂ, ਇਹ ਖੁੱਲਣ ਨਹੀਂ ਅਸੀਂ ਦੇਣਾ। ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਹਰ ਕੋਈ ਐਕਟਿਵ ਹੈ ਪੰਜਾਬ ਦੇ ਦਰਦ ਦੇ ਨਾਲ। ਆਪਾਂ ਕਹਿ ਲਓ ਕਿ ਉਹ ਭਰਿਆ ਹੋਇਆ ਸ਼ਹਿਰ ਹੈ ਜਿੱਥੇ ਅਸੀਂ ਕਹਿੰਦੇ ਹਾਂ ਕਿ ਕਿਸਾਨ ਨਹੀਂ ਰਹਿੰਦੇ, ਪਰ ਉਹ ਕਿਤੇ ਨਾ ਕਿਤੇ ਕਿਸਾਨ ਨਹੀਂ, ਇਨਸਾਨ ਤਾਂ ਹੈ। ਸੋ ਇਹ ਵੀ ਆ ਖਹਿਰਾ ਸਾਹਿਬ ਵੀ ਇਸ ਵੇਲੇ ਨਾ ਨਜ਼ਮ ਹੁਸੈਨ ਸੈਯਦ ਸਾਹਿਬ ਜਿਹੜੇ ਆ ਨਾ, ਉਹਨਾਂ ਦੀ ਕਵਿਤਾ ਦੀ ਇੱਕ ਤੁਕ ਹੈ, ਉਹ ਕਹਿੰਦੇ ਹੋਵੇ ਗੂੜੀ ਸਿਰੜ ਦੀ ਰੰਗਣੀ। ਇਹ ਸਿਰੜ ਕਰਕੇ ਬੈਠੇ ਨੇ ਵਾਕਈ, ਔਰ ਸਿਰੜੀ ਲੋਕ ਆ, ਇਹਨਾਂ ਨੇ ਘਾਲਣਾਵਾਂ ਘਾਲੀਆਂ, ਸਖਤ ਘਾਲਣਾਵਾਂ ਘਾਲੀਆਂ, ਧੁੱਪ ਛਾਂ ਠੰਡ ਜਿਹੜੀ ਆ ਗਰਮੀਆਂ ਆਪਣੇ ਪਿੰਡੇ ਤੇ ਹਟਾਉਂਦੇ ਆ ਮੌਸਮ, ਇਹ ਉਹ ਲੋਕ ਨੇ। ਸੋ ਇਹ ਮੁੜਨ ਵਾਲੇ ਨਹੀਂ, ਮੁੜਨ ਵਾਲੇ ਤੇ ਇਹ ਆਪਣੀਆਂ ਲੱਗਦਾ ਆ ਵੀ ਸਰਕਾਰ ਨੂੰ ਇੱਕ ਦਿਨ ਝੁਕਣਾ ਪੈਣਾ। ਵਾਕਈ 5 ਪਾਣੀਆਂ ਦੀ ਇਹ ਧਰਤੀ ਪੰਜਾਬ ਹੈ ਔਰ ਇਹ ਡਟੀ ਹੋਈ ਹੈ ਦਿੱਲੀ ਦੇ ਬਾਰਡਰਾਂ ਦੇ ਉੱਤੇ। ਤੁਸੀਂ ਕਿਹਾ ਕਿ ਇਹ ਸਿਰੜੀ ਲੋਕ ਨੇ, ਇਹ ਮਿਹਨਤੀ ਲੋਕ ਨੇ, ਪਰ ਮੈਨੂੰ ਇਸੇ ਗੱਲ ਤੋਂ ਉਹ ਲੋਕੀ ਯਾਦ ਆਏ ਜਿਹੜੇ ਸਿਰੜੀ ਵੀ ਨਹੀਂ ਸ਼ਾਇਦ ਤੇ ਸ਼ਾਇਦ ਮਿਹਨਤੀ ਵੀ ਨਹੀਂ ਜੀ। ਮੈਂ ਗੱਲ ਕਰ ਰਿਹਾ ਸਾਡੇ ਓਪੋਜੀਸ਼ਨ ਲੀਡਰ, ਯਾਨੀ ਕਿ ਵੱਡੇ ਲੀਡਰ ਜਿਹੜੇ ਰਾਹੁਲ ਗਾਂਧੀ ਹੋਣੀ ਜੀ, ਉਹ ਲਗਾਤਾਰ ਇੰਨਾ ਐਕਟਿਵ ਨਹੀਂ ਉਹਨਾਂ ਦਾ ਦੇਖਿਆ ਜਿੰਨਾ ਹੋਣਾ ਚਾਹੀਦਾ ਸੀਗਾ। ਹੁਣ ਪਰ ਕੁਛ ਦਿਨਾਂ ਤੋਂ ਉਹ ਟਵੀਟ ਕਰ ਰਹੇ ਨੇ, ਲਗਾਤਾਰ ਗੱਲ ਵੀ ਕਰ ਰਹੇ ਨੇ, ਰਾਸ਼ਟਰਪਤੀ ਹੁਣਾਂ ਨੂੰ ਵੀ ਉਹ ਮਿਲੇ ਨੇ। ਉਹ ਕੀ ਹੈ ਪੂਰਾ, ਇਹ ਦੱਸੋ। ਉਹਦੇ ਬਾਰੇ ਆਪਾਂ ਮੋਟੇ ਤੌਰ ਤੇ ਇਹ ਕਹਿਣਾ ਵੀ ਰਾਹੁਲ ਗਾਂਧੀ ਹੋਰੀ ਇੱਕ ਟਵੀਟ ਕੀਤਾ ਜੀ, ਉਹ ਕਹਿੰਦੇ ਵੀ ਲੋਕਤੰਤਰ ਤੋਂ ਖਹਿੜਾ ਛਡਾਉਣਾ ਚਾਹੁੰਦੀ ਆ ਸਰਕਾਰ ਜਿਹੜੀ ਆ, ਔਰ ਨਾਲ ਉਹਨਾਂ ਨੇ ਟਵਿੱਟਰ ਤੇ ਹੈਸ਼ਟੈਗ ਵੀ ਕੀਤਾ ਵੀ ਟੂ ਮੱਚ ਡੈਮੋਕ੍ਰੇਸੀ। ਅਸਲ 'ਚ ਉਹਦੇ ਪਿਛੋਕੜ 'ਚ ਇਹ ਹੁੰਦਾ ਵੀ ਨੀਤੀ ਆਯੋਗ ਦਾ CEO ਜਿਹੜਾ ਅਮਿਤਾਭ ਕਾਂਤ, ਪਰਸੋਂ ਇੱਕ ਕੋਈ ਆਨਲਾਈਨ ਸਮਾਗਮ ਸੀਗਾ, ਉਹ 'ਚ ਉਹਨਾਂ ਨੇ ਟਿੱਪਣੀ ਕੀ ਕਰਦੇ ਆ, ਕਹਿੰਦੇ ਵੀ ਭਾਰਤ 'ਚ ਜਿਹੜੇ ਕਰੜੇ ਸੁਧਾਰ ਆ ਉਹ ਬੜੇ ਮੁਸ਼ਕਲ ਆ। ਕਿਉਂ ਮੁਸ਼ਕਲ ਆ? ਵੀ ਸਾਡੇ ਇੱਥੇ ਕਹਿੰਦਾ ਲੋਕਤੰਤਰ ਬਹੁਤ ਜ਼ਿਆਦਾ। ਤੁਸੀਂ ਦੇਖੋ ਵੀ ਨੀਤੀ ਆਯੋਗ ਦਾ CEO ਇਹ ਗੱਲ ਕਹਿ ਰਿਹਾ ਹੋਵੇ ਵੀ ਲੋਕਤੰਤਰ ਬਹੁਤ ਜ਼ਿਆਦਾ। ਸੋ ਉਹਨਾਂ ਨੇ ਮਜ਼ਾਕ ਵਜੋਂ ਇਹ ਲਿਖਿਆ ਵੀ ਟੂ ਮੱਚ ਡੈਮੋਕ੍ਰੇਸੀ। ਸੋ ਜੇ ਨੀਤੀ ਆਯੋਗ ਦਾ CEO ਇਹ ਕਹਿ ਰਿਹਾ, ਠੀਕ ਹੈ, ਅਮਿਤਾਭ ਕਾਂਤ, ਤੇ ਉਹ ਸਰਕਾਰ ਦੀ ਬੋਲੀ ਬੋਲ ਰਿਹਾ, ਬਿਲਕੁਲ, ਤੇ ਇਹਨਾਂ ਨੂੰ ਹੁਣ ਲੋਕਤੰਤਰ ਚੁੱਭਦਾ ਆ। ਇਸੇ ਕਰਕੇ ਦੇਸ਼ ਦੇ ਸੰਘੀ ਢਾਂਚੇ ਤੇ ਹਮਲਾ ਹੋ ਰਿਹਾ ਚੌਹਾਂ ਪਾਸਿਆਂ ਤੋਂ। ਖੇਤੀ ਕਾਨੂੰਨ ਜਿਹੜੇ ਆ ਉਹ ਵੀ ਸਾਡੇ ਸੰਵਿਧਾਨ ਮੁਤਾਬਕ ਸੂਬਾਈ ਵਿਸ਼ਾ ਹੈਗਾ, ਸੂਬਾਈ ਵਿਸ਼ਾ। ਇਹਨਾਂ ਨੇ ਕੀ ਕੀਤਾ, ਉਹਦੇ ਵਿੱਚ ਵਪਾਰ ਕਮਰਸ ਦੀ ਇੱਕ ਮੱਦ ਜੋੜ ਕੇ ਉਹਨੂੰ ਮਤਲਬ ਆਪਣੇ ਹੱਥਾਂ 'ਚ ਲੈਣ ਦਾ ਯਤਨ ਕੀਤਾ ਹੈਗਾ। ਸੰਵਿਧਾਨ ਦੀ ਦੂਸਰੀ ਯੂਨਿਟ ਇਹੀ ਕਹਿੰਦੀ ਹੈ ਕਿ ਜਿਹੜੀ ਇੱਥੇ ਸੂਬਾਈ ਲੋਕ ਜਿਹੜੇ ਨੇ ਉਹ ਕਾਨੂੰਨ ਬਣਾ ਸਕਦੇ ਕਿਉਂਕਿ ਇਹ ਸਬਜੈਕਟ ਉਹਨਾਂ ਦਾ ਜੀ। ਇਹ ਦਰਅਸਲ ਸੂਬਿਆਂ ਦੇ ਹੱਕ ਖੋਣ ਤੇ ਤੁਲ ਗਈ ਆ। ਸੂਬਿਆਂ ਦੇ ਹੱਕ ਖੋਣ ਦਾ ਮਤਲਬ ਆ ਵੀ ਡੈਮੋਕ੍ਰੇਸੀ ਜਿਹੜੀ ਆ ਉਹਨੂੰ ਸੱਟ ਮਾਰ ਰਹੇ ਆ, ਉਹਦੇ ਢਾਂਚੇ ਨੂੰ, ਦੇਸ਼ ਦਾ ਸੰਘੀ ਢਾਂਚਾ ਆ, ਠੀਕ ਹੈ, ਅਸੀਂ ਇਕਜੁੱਟ ਦੇਸ਼ ਆ, ਉਹਨੂੰ ਅਸਲ 'ਚ ਸੰਨ ਲਾਈ ਜਾ ਰਹੀ ਆ ਸਾਡੇ ਢਾਂਚੇ ਨੂੰ ਜੀ। ਅੱਛਾ, ਕਿਤੇ ਨਾ ਕਿਤੇ ਚਲੋ ਇਹ ਤੇ ਗੱਲ ਅਸੀਂ ਬਿਲਕੁਲ ਕਲੀਅਰ ਆ ਕਿ ਕਿਤੇ ਨਾ ਕਿਤੇ ਇਹ ਸੰਘੀ ਢਾਂਚੇ ਨੂੰ ਖਤਰਾ ਆ, ਪਰ ਦੂਸਰੇ ਬੰਨੇ ਮੈਂ ਇੱਕ ਹੋਰ ਗੱਲ ਪੜ੍ਹ ਰਿਹਾ ਸੀ, ਖਬਰਾਂ ਪੜ੍ਹ ਰਿਹਾ ਸੀਗਾ, ਇੰਡੀਅਨ ਐਕਸਪ੍ਰੈਸ ਨੇ ਵੀ ਖਬਰ ਲਿਖੀ ਆ ਕਿ ਬਹੁਤ ਵੱਡੀ ਬਲਦਾਨੀ ਜਿਹੜੀ ਹੈ ਉਹ ਸੋਨੀਆ ਗਾਂਧੀ ਹੁਣਾਂ ਨੇ ਦਿੱਤੀ ਆ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਮੁਜ਼ਾਹਰੇ ਚੱਲਦੇ ਮੈਂ ਆਪਣੀ ਬਰਥਡੇ ਪਾਰਟੀ ਜਿਹੜੀ ਆ ਉਹ ਸੈਲੀਬ੍ਰੇਟ ਨਹੀਂ ਕਰੂੰਗੀ। ਤਾਂ ਤੁਹਾਨੂੰ ਕਿਤੇ ਨਾ ਕਿਤੇ ਉਹ ਇਹ ਵੀ ਲੱਗਦਾ ਹੈ ਕਿ ਦੇਖੋ ਇਹਨਾਂ ਦੇ ਐਡੇ ਸ਼ੌਂਕ ਨੇ, ਬਰਥਡੇ ਪਾਰਟੀ ਵੀ ਇਹਨਾਂ ਦੀ ਕੁਰਬਾਨੀ ਲੱਗਦੀ ਹੈ ਇਹਨਾਂ ਨੂੰ। ਦੇਖੋ ਐਸ ਸੱਚ ਸੋਨੀਆ ਗਾਂਧੀ ਹੋਰੀ ਸਾਡੇ ਵੱਡੇ ਆਗੂ ਨੇ ਕਾਂਗਰਸ ਤੇ, ਸਰਪ੍ਰਸਤੀ ਉਹਨਾਂ ਦੀ ਇਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਆ ਉਹਨਾਂ ਦੇ ਹਸਬੈਂਡ। ਇਹਨਾਂ ਲਈ ਇਹ ਗੱਲਾਂ ਇਹਨਾਂ ਦਾ ਕਲਚਰ ਆ, ਇਹ ਕਲਚਰ ਆ। ਸਾਡੇ ਤਾਂ ਕਿਰਤੀਆਂ ਦੇ ਜਨਮ ਦਿਨ ਕੌਣ ਮਨਾਉਂਦਾ? ਮੈਂ ਉਹੀ ਸੋਚ ਰਿਹਾ ਸੀਗਾ ਕਿ ਅਸੀਂ ਤਾਂ ਉਹ ਆ ਜਿਹੜੇ ਹਾਈਵੇ ਤੇ ਆਪਣੇ ਸੱਚੇ ਪਾਤਸ਼ਾਹ ਨੂੰ ਰੱਖ ਕੇ ਧਿਆ ਕੇ ਤੇ ਉਹਨਾਂ ਦੇ ਨਾਂ ਦਾ ਲੰਗਰ ਕੱਢ ਕੇ, ਸਾਡੇ ਬਹੁਤਾ ਜਨਮ ਦਿਨ ਕਿਸੇ ਨੂੰ ਚੇਤੇ ਹੁੰਦੇ ਆ। ਸੋ ਇਹ ਲੋਕ ਆਪਣੀ ਜਨਮ ਦਿਨ ਪਾਰਟੀ ਜੇ ਐਡਾ ਹੀ ਮਤਲਬ ਉਹਨਾਂ ਦੇ ਸੰਘਰਸ਼ ਵਿੱਚ ਯੋਗਦਾਨ ਪਾਉਣ ਦਾ ਹੈ ਤਾਂ ਉੱਥੇ ਜਾ ਕੇ ਉਹਨਾਂ 'ਚ ਸ਼ਾਮਲ ਹੋਣ, ਕਹਿਣ ਭਾਈ ਅਸੀਂ ਤੁਹਾਡੇ ਨਾਲ ਆ, ਆਪਣੇ ਘੁਰਨਿਆਂ 'ਚੋਂ ਨਿਕਲਣ ਇਹ ਲੋਕ, ਫਿਰ ਕਿਤੇ ਆਪਾਂ ਕਹਿ ਸਕਦੇ ਹਾਂ ਭਈ ਹਾਂ ਭਾਈ ਨਾਲ ਆ। ਅੱਛਾ ਸਤੀ ਸਾਹਿਬ, ਜਦੋਂ ਮੈਂ ਇਹੀ ਲੇਖ ਪੜ੍ਹ ਰਿਹਾ ਸੀਗਾ ਕਿਤੇ ਕਿਸੇ ਅਖਬਾਰ ਦੇ ਵਿੱਚ ਛਪਿਆ ਸੀਗਾ ਤੇ ਉਹ ਬਾਰ-ਬਾਰ ਇਹ ਕਹਿੰਦੇ ਸੀ ਵੀ ਕਿਤੇ ਨਾ ਕਿਤੇ ਹੁਣ ਦੇਖੋ ਆਪਾਂ ਕਹਿ ਲਈਏ ਕਿ ਬੀਜੇਪੀ ਨੇ ਸਾਨੂੰ ਘੇਰ ਰੱਖਿਆ,
ਹੈ ਨਾ। ਇੱਕ ਗੱਲ ਮੰਨਣੀ ਪੈਣੀ ਹੈ ਕਿ ਤਕੜੇ ਸਿਆਸਤਦਾਨ ਹੈ। ਉਹਨਾਂ ਨੇ ਕਿਹਾ ਕਿ ਇਹਦੇ ਪਿੱਛੇ ਕਾਰਨ ਇਹ ਹੈ ਕਿ ਇਹ ਲੋਕ ਵੱਖਰੀ ਵੱਖਰੀ ਜਗ੍ਹਾ ਤੋਂ ਆਏ ਆ। ਜੇ ਆਪਾਂ ਕਹਿ ਲਈਏ ਕਿ ਹੁਣ ਬੀਜੇਪੀ ਦੇ 3 ਅਹਿਮ ਚਿਹਰੇ ਕਿਹੜੇ ਨੇ, ਉਹ ਕਹਿੰਦੇ ਜੀ ਬੀਜੇਪੀ ਦੇ 3 ਅਹਿਮ ਚਿਹਰੇ ਅਮਿਤ ਸ਼ਾਹ, ਨਰਿੰਦਰ ਮੋਦੀ ਤੇ ਤੀਸਰੇ ਜਿਹੜੇ ਤੁਸੀਂ ਹੁਣੇ ਗੱਲ ਕਰਕੇ ਹਟੇ ਹੋ ਜੇਪੀ ਨੱਡਾ ਹੋਣੇ, ਹੈ ਨਾ। ਤੇ ਜੇ ਆਪਾਂ ਇਹਨਾਂ ਤੋਂ ਪੁੱਛਣਾ ਹੋਵੇ ਕਿ ਕਿਹੜੇ 3 ਚਿਹਰੇ ਆ, ਤੇ ਕਹਿੰਦੇ ਕੋਈ ਨਾਂ ਨਹੀਂ ਆਊਗਾ, ਗਾਂਧੀ ਗਾਂਧੀ ਗਾਂਧੀ। ਸੋ ਕਿਤੇ ਨਾ ਕਿਤੇ ਕਹਿੰਦੇ ਕਿ ਬੀਜੇਪੀ ਜਿਹੜੀ ਹੈ ਉਹ ਇੱਕ ਗੱਲ ਇਹਨਾਂ ਨੇ ਇਹ ਸੀਗਾ ਕਿ ਵੱਖਰੇ ਵੱਖਰੇ ਥਾਂ ਤੋਂ ਉੱਠ ਕੇ ਆਏ ਆ, ਇਹਨਾਂ ਨੂੰ ਸਭ ਕੁਝ ਪਤਾ ਹੈ, ਭੇਤ ਜਾਣਦੇ ਨੇ, ਪਹਿਲਾਂ ਲੋਕਾਂ ਦੀ ਨਬਜ਼ ਪਛਾਣੀ ਆ ਤੇ ਫਿਰ ਹੁਣ ਲੋਕਾਂ 'ਤੇ ਹੀ ਵਾਰ ਕਰ ਰਹੇ ਨੇ। ਦੂਸਰੇ ਬੰਨੇ ਓਪੋਜੀਸ਼ਨ ਨੇ ਨਾ ਲੋਕਾਂ ਦੀ ਨਬਜ਼ ਪਛਾਣੀ, ਇਹਨਾਂ ਨੇ ਆਪਣੀ ਉਹੀ ਪੀੜ੍ਹੀ ਦਰ ਪੀੜ੍ਹੀ ਚਲਾਉਂਦੇ ਰਹੇ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਸੀ। ਦੇਖੋ ਸਾਡੀ ਸਿਆਸਤ ਵਿੱਚ ਕੁਨਬਾ ਪਰਬਰੀ ਬਹੁਤ ਭਾਰੂ ਆ ਜੀ, ਵੀ ਆਪਣੇ ਆਪਣੇ ਟੱਬਰ ਨੂੰ ਅੱਗੇ ਲਿਆਉਣਾ, ਅੱਗੇ ਲਿਆਓ। ਠੀਕ ਹੈ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਘਰ 'ਚ ਹੀ ਅਹੁਦੇ ਵੰਡ, ਠੀਕ ਹੈ, ਨੂੰ ਸਾਡੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਹਰਸਿਮਰਤ ਕੌਰ ਬਾਦਲ, ਉਹਦਾ ਭਰਾ ਵਿਕਰਮ ਸਿੰਘ ਮਜੀਠੀਆ, ਆਪਣਾ ਪੁੱਤਰ, ਠੀਕ ਹੈ। ਸੋ ਉਧਰੋਂ ਭਤੀਜਾ, ਉਹ ਲੋਕ ਕਹਿੰਦੇ ਆ ਭਈ ਮਨਪ੍ਰੀਤ ਬਾਦਲ ਹੋਰੀ ਵੀ ਭਾਵੇਂ ਇਹ ਜਿਹੜਾ ਵਿਰੋਧ ਆ ਇਹ ਓਪਰੇ ਆ, ਅੰਦਰੋਂ ਇਹ ਸਾਰੇ ਇੱਕੋ ਹੀ ਨੇ। ਸੋ ਉਹ ਕਹਿੰਦੇ ਆ ਭਈ ਜਿਹੜੀ ਕੁਨਬਰਾ ਪਰਵਰੀ ਹੈ ਨਾ ਦੇਸ਼ ਦੇ ਵਿੱਚ ਇੰਨੀ ਭਾਰੂ ਹੋ ਚੁੱਕੀ ਆ ਵੀ ਆਮ ਜਿਹੜੇ ਵਰਕਰ ਨੇ ਉਹਨਾਂ ਨੂੰ ਨਹੀਂ ਕਦੀ ਅੱਗੇ ਲਿਆਂਦਾ ਜਾਂਦਾ, ਸੀਨੀਅਰਟੀ ਨੂੰ ਨਹੀਂ ਕਦੀ ਮੱਦੇ ਨਜ਼ਰ ਰੱਖਿਆ ਜਾਂਦਾ। ਚਾਹੇ ਉਹ ਬੇਅੰਤ ਸਿੰਘ ਦਾ ਟੱਬਰ ਸੀ, ਉਹਦੇ ਪੁੱਤ ਪੋਤੇ ਜਿਹੜੇ ਆ ਧੀਆਂ MLA ਮੰਤਰੀ ਬਣਦੇ ਨੇ, ਉਹਦੇ ਪੁੱਤ ਪੋਤੇ ਹੁਣ MP ਬਣ ਰਹੇ ਆ। ਸੁਖਨਾਇਕ ਪੋਤੇ ਤੇ ਤਾਂ ਕਾਤੀਆ ਕਾਂਡ ਹੋਇਆ ਸੀ ਚੰਡੀਗੜ੍ਹ ਦੇ ਵਿੱਚ, ਤੇ ਫਰਾਂਸ ਤੋਂ ਆਈ ਕੁੜੀ ਨਾਲ ਜਬਰ ਜਨਾਹ ਹੋਇਆ ਸੀ, ਫਿਰ ਕੇਸ ਕਿੱਦਾਂ ਦੱਬਿਆ ਗਿਆ, ਕਿੱਦਾਂ ਜਿਹੜਾ ਉਹ ਸਾਰਾ ਕੁਝ ਵਾਪਸ ਲਿਆ ਗਿਆ, ਕਿੱਦਾਂ ਉਹਨੂੰ ਮਜਬੂਰ ਕੀਤਾ ਗਿਆ ਜਾਂ ਉਹਦਾ ਮੂੰਹ ਬੰਦ ਕੀਤਾ ਗਿਆ। ਸੋ ਇਹ ਉਹਦੇ ਬਾਵਜੂਦ ਜਿਹੜੇ ਆ ਕਿਤੇ ਕਿਤੇ ਸੱਚੇ ਸੁੱਚੇ ਸਿਆਸਤਦਾਨ ਵੀ ਹੈਗੇ ਆ। ਮੈਂ ਜੈਲ ਸਿੰਘ ਹੋਰਾਂ ਦੀ ਇੱਕ ਸਿਰਫ ਉਦਾਹਰਨ ਦੇਣੀ ਚਾਹਾਂਗਾ, ਚਾਹੇ ਉਹ ਕਾਂਗਰਸੀ ਜੋ ਮਰਜ਼ੀ ਵੀ ਸੀਗੇ, ਰਾਸ਼ਟਰਪਤੀ ਰਹੇ ਆ। ਇੱਕ ਵਾਰੀ ਉਹਨਾਂ ਦੇ ਪੋਤਰੇ ਨੇ ਜਿਹੜੀ ਏਅਰ ਗਨ ਦੇ ਨਾਲ ਕਿਤੇ ਘੁੱਗੀ ਮਾਰ ਦਿੱਤੀ ਜਦੋਂ ਉਹ ਰਾਸ਼ਟਰਪਤੀ ਸੀਗੇ, ਤਾਂ ਉਹ ਮੁੜ ਕੇ ਉਹਨੂੰ ਜਦ ਤੱਕ ਉਹ ਰਾਸ਼ਟਰਪਤੀ ਰਹੇ ਆ ਰਾਸ਼ਟਰਪਤੀ ਭਵਨ 'ਚ ਨਹੀਂ ਸੀ ਵੰਡ ਦਿੱਤਾ। ਸੋ ਸਾਡੇ ਤਾਂ ਇੱਥੇ ਕੀ ਕੁਛ ਹੁੰਦਾ, ਬਿਲਕੁਲ ਠੀਕ ਆ। ਸੋ ਇਹ ਕੁਨਬਾ ਪਰਬਰੀ ਵੀ ਦੇਸ਼ ਨੂੰ ਜਿਹੜੀ ਆ ਇੱਕ ਦਿਨ ਲੈ ਡੁੱਬੂਗੀ। ਨਵੇਂ ਚਿਹਰੇ ਅੱਗੇ ਆਉਣੇ ਚਾਹੀਦੇ ਆ, ਡਿਜ਼ਰਵਿੰਗ ਲੋਕ ਜਿਹੜੇ ਆ ਅੱਗੇ ਆਉਣੇ ਚਾਹੀਦੇ ਆ। ਕਿਤੇ ਕਿਤੇ ਲੋਕ ਉੱਠਦੇ ਆ, ਜਿਵੇਂ ਨਵੇਂ ਨੌਜਵਾਨ ਜਿਹੜੇ ਆ ਉਹ ਆਗੂ ਇੱਕ ਨਾ ਇੱਕ ਦਿਨ ਅੱਗੇ ਆਉਣਗੇ। ਇਹ ਕੁਨਬਾ ਪਰਬਰੀ ਦੇ ਜਿਹੜੇ ਸੰਗਲ ਆ ਉਹ ਜੁੜੇ ਜਾਣਗੇ, ਕਿਉਂਕਿ ਕਿਤੇ ਨਾ ਕਿਤੇ ਅਸੀਂ ਉਸ ਕੌਮ ਦੇ ਵਾਰਿਸ ਹਾਂ ਜਿਹੜੇ ਆਪਣੇ ਪਰਿਵਾਰ ਦੇ ਵਿੱਚ ਅਹੁਦੇ ਨਹੀਂ ਸੀ ਵੰਡਦੇ। ਮੈਂ ਬਾਬੇ ਨਾਨਕ ਦੀ ਗੱਲ ਕਰਾਂ, ਆਪਣੇ ਦੋਹੇ ਪੁੱਤਰ ਨਕਾਰ ਕੇ, ਆਪਣੇ ਦੋਹੇ ਪੁੱਤਰਾਂ ਨੂੰ ਗੱਦੀ ਨਾ ਦੇ ਕੇ ਕਿਸੇ ਤੀਸਰੇ ਨੂੰ ਗੱਦੀ ਦੇਣੀ, ਉਹਨਾਂ ਨੂੰ ਜਿਹੜੇ ਕਿ ਉਹਨਾਂ ਨੂੰ ਲੱਗਦਾ ਸੀ ਕਿ ਉਹ ਬਾਬਾ ਸ਼੍ਰੀ ਚੰਦ ਲక్ష్ਮੀ ਦਾਸ ਹੋਰੀ ਦੋਹਾਂ ਪੁੱਤਰਾਂ ਨੂੰ ਨਹੀਂ ਕਹਿੰਦੇ, ਦੋਵੇਂ ਜਿਹੜੇ ਆ ਸਾਡੇ ਜਿਹੜੇ ਗੁਰੂ ਦੇ ਆਸ਼ੇ ਅਨੁਸਾਰ ਖਰੇ ਨਹੀਂ ਉਤਰਦੇ, ਇਸ ਕਰਕੇ ਉਹਨਾਂ ਨੂੰ ਜਿਹੜੀ ਆ ਗੱਦੀ ਨਹੀਂ ਸੀ ਦਿੱਤੀ ਗਈ। ਇੱਥੇ ਤਾਂ ਇਹ ਹਾਲ ਹੈ ਕਿ ਮੇਰਾ ਪੱਪੂ ਜੀਵੇ, ਚਾਹੇ ਕੋਈ ਮਰੇ ਤੇ ਕਾਹੇ ਕੋਈ ਜੀਵੇ। ਤੁਸੀਂ ਦੇਖ ਰਹੇ ਸੀ ਪੰਜਾਬ ਮੇਲ USA। ਖਬਰਾਂ ਤੇ ਬਹੁਤ ਨੇ, ਪਰ ਸਮਾਂ ਜਿਹੜਾ ਕਹਿੰਦਾ ਹੈ ਕਿ ਸਾਡੇ ਹੋਰ ਵੀ ਬਹੁਤ ਸਾਰੇ ਰੁਝੇਵੇਂ ਨੇ। ਹੋਰ ਬਹੁਤ ਸਾਰੀਆਂ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਪੰਜਾਬ ਮੇਲ USA TV। ਸਤੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਖੈਰਾ ਸਾਹਿਬ, ਧੰਨਵਾਦ।